ਕਾਂਗਰਸੀਆਂ ਨੇ ਕਿਹਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ ਜੀ ਡਾਕਟਰ ਸਾਹਿਬ। ਅਕਾਲੀਆਂ ਨੇ ਕਿਹਾ ਸੀ 25 ਲੱਖ ਨੂੰ ਰੁਜ਼ਗਾਰ ਦੇਵਾਂਗੇ ਜੀ ਡਾਕਟਰ ਸਾਹਿਬ। ਆਪ ਨੇ ਕਿਹਾ ਸੀ 20 ਲੱਖ ਨੂੰ ਰੁਜ਼ਗਾਰ ਦੇਵਾਂਗੇ ਜੀ। 10 ਸੈਸ਼ਨ ਹੋ ਚੁੱਕੇ ਅਸੈਂਬਲੀ ਦੇ ਜੀ। ਕਿਸੇ ਨੇ ਉੱਥੇ ਬਲੂ ਪ੍ਰਿੰਟ ਨਹੀਂ ਪੇਸ਼ ਕਰਿਆ। ਅਕਾਲੀਆਂ ਨੇ ਦੱਸਿਆ ਵੀ ਅਸੀਂ 25 ਲੱਖ ਤਾਂ ਅਸੀਂ ਦੇ ਦੇਣਾ ਸੀ, ਇੱਦਾਂ ਤੁਸੀਂ ਤਾਂ 56 ਲੱਖ ਕਰਿਆ ਸੀ, ਐਂ ਤਾਂ ਦਿੰਦੇ 25 ਲੱਖ। ਜੀ। ਆਪ ਵਾਲਿਆਂ ਨੇ ਕਦੇ ਕਿਹਾ ਅਸੈਂਬਲੀ 'ਚ ਵੀ 20 ਲੱਖ ਤਾਂ ਅਸੀਂ ਇੱਦਾਂ ਦੇ ਦੇਣਾ ਸੀ, ਤੁਸੀਂ ਇਹ ਤਾਂ ਦੇ ਦਿਓ? ਜੀ। ਕਿਸੇ ਨੇ ਨਹੀਂ ਦੱਸਿਆ। ਅਸੈਂਬਲੀ ਨੇ ਇੱਕ ਦਿਨ ਵੀ ਇਹ ਗੱਲ ਤੇ ਚਰਚਾ ਹੀ ਨਹੀਂ ਕਰੀ ਕਿ ਰੁਜ਼ਗਾਰ ਦਿੱਤਾ ਕਿਵੇਂ ਜਾਵੇ। ਇਹ ਚਰਚਾ ਕਰੀ ਤੁਸੀਂ ਨੌਕਰੀ, ਪਹਿਲਾਂ ਤਾਂ ਰੁਜ਼ਗਾਰ ਨੂੰ ਨੌਕਰੀ ਕਹਿਣ ਲੱਗੇ। ਡਾਕਟਰ ਸਾਹਿਬ ਉੱਥੇ ਤਾਂ ਚਰਚਾ ਜਿਹੜੀ ਹੁੰਦੀ ਹੈ ਨੌਕਰੀ ਸਰਕਾਰੀ ਕੋਈ ਸਰਕਾਰ ਨਹੀਂ ਦੇ ਸਕਦੀ, ਜਿਹੜੀ ਮਰਜ਼ੀ ਜ਼ੋਰ ਲਾ ਲੇ। ਤੁਸੀਂ ਇਹੋ ਜਿਹਾ ਲੋਕਾਂ ਨੂੰ ਬੇਵਕੂਫ ਸਮਝਦੇ ਹੋ? ਕੈਪਟਨ ਨੇ ਵਾਅਦਾ ਕਰਿਆ ਸੀ ਮੈਂ ਨੌਕਰੀਆਂ ਦਊਂ, ਹਾਲਾਂਕਿ ਮੈਂ ਮੈਨੀਫੈਸਟੋ ਪੜ੍ਹਿਆ, ਕੋਈ ਵਾਅਦਾ ਨਹੀਂ ਕਰਿਆ ਸੀ ਉਹਨੇ। ਜੀ। ਉਹਨੇ ਕਿਹਾ ਸੀ ਮੈਂ ਰੁਜ਼ਗਾਰ ਦਊਂ, ਰੁਜ਼ਗਾਰ ਤੇ ਨੌਕਰੀ। ਜੇ ਨੌਕਰੀਆਂ ਕਹਿੰਦੇ ਨੇ 25 ਲੱਖ ਦਾ ਦਿੰਦੇ ਵੀ ਅਸੀਂ ਐਂ 25 ਲੱਖ ਦੇਵਾਂਗੇ, ਇਹ ਪੁੱਠੇ ਹੋ ਕੇ ਬੈਠ ਜਾਣ। ਜੇ ਕੋਈ 20 ਲੱਖ ਨੌਕਰੀ ਸਰਕਾਰੀ ਦੇ ਸਕੇ ਪੰਜਾਬ ਵਿੱਚ, ਦੇਣਗੇ ਕਾਹਦੇ ਵਾਸਤੇ ਨੌਕਰੀ? ਅੱਜ ਸਾਡੀ ਲੋੜ ਹੈ ਸਵਾਲ ਕਰਨ ਲੋਕ ਵੀ ਦੱਸੋ ਰੁਜ਼ਗਾਰ ਕਿਵੇਂ ਪੈਦਾ ਕਰੋਗੇ? ਦੱਸੋ ਆਹ ਇਸ ਪਾਸੇ ਇੰਨਾ ਪੈਸਾ ਜਾ ਰਿਹਾ ਹੈ ਤੇ ਇਸ ਪਾਸੇ ਕਿਉਂ ਨਹੀਂ ਜਾ ਰਿਹਾ? ਇਹ ਸਿੱਖਣਾ ਪਊਗਾ। ਦੱਸੋ ਤੁਸੀਂ ਕਿੰਨੇ ਅਸੈਂਬਲੀ 'ਚ ਬੈਠ ਕੇ ਇੱਕ ਹਫ਼ਤਾ ਇਸ ਗੱਲ ਤੇ ਚਰਚਾ ਕਰੋਗੇ ਬਿਨਾਂ ਕਿਸੇ ਦੇ ਇੱਕ ਦੂਜੇ ਨੂੰ ਦੋਸ਼ ਦਿੱਤੇ ਕਿ ਭਾਈ 117 ਬੰਦੇ ਬੈਠ ਕੇ ਗੰਭੀਰਤਾ ਨਾਲ ਸੋਚ ਰਹੇ ਨੇ ਕਿ ਪੰਜਾਬ 'ਚ ਰੁਜ਼ਗਾਰ ਕਿਵੇਂ ਸਿਰਜੇ ਜਾਣਾ। ਕਾਰਡ ਬਣਾਏ ਨੇ 20 ਲੱਖ, ਐਕਟਿਵ ਕਾਰਡ ਨੇ 10 ਲੱਖ ਤੇ ਹੁਣ ਤੱਕ ਮੈਂ ਮਨਰੇਗਾ ਦਾ ਦੇਖ ਰਿਹਾ ਸੀ, ਹੁਣ ਤੱਕ ਜਿਹੜਾ ਰੁਜ਼ਗਾਰ ਦਿੱਤਾ ਹੈ ਪੂਰੇ ਦਾ ਪੂਰਾ ਕਹਿੰਦੇ ਨੇ ਜਿਹੜਾ, ਉਹ ਤਾਂ ਕੁਝ ਹਜ਼ਾਰ ਘਰਾਂ ਨੂੰ ਦਿੱਤਾ ਹੈ। ਪਿੰਡਾਂ ਦੇ ਵਿੱਚ ਲੋਕ ਪੁੱਛ ਸਵਾਲ ਕਰਦੇ ਨੇ ਕਿਸਾਨ ਵੀ ਤੁਸੀਂ ਭਾਈ ਕੀਤਾ ਕੀ ਹੈ? ਮੇਰਾ ਸਵਾਲ ਇੱਥੇ ਆਇਆ ਵੀ ਨਾ ਤਾਂ ਸਾਡਾ ਹੁਕਮਰਾਨ ਇਸ ਗੱਲ ਦੇ ਉੱਤੇ ਚਿੰਤਤ ਹੈ ਕਿ ਮੈਂ ਜਿਹੜਾ ਮਿਨੀਮਮ ਵੇਜ, ਜਿਹੜੀ ਘੱਟੋ ਘੱਟ ਉਜਰਤ ਕਹੀ ਹੈ, ਉਹ ਜਿਹੜਾ ਮਰਜ਼ੀ ਚਾਹੇ ਸਰਕਾਰੀ ਅਦਾਰਾ ਹੈ, ਪਹਿਲਾਂ ਤਾਂ ਸਰਕਾਰ ਤਾਂ ਲਾਗੂ ਕਰੇ। ਜੀ। ਹੁਣ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਥੋਂ ਤੱਕ ਕਹਿਤਾ ਵੀ ਜਿਹੜਾ ਪਕੌੜੇ ਵੇਚਣਾ ਉਹ ਵੀ ਜੋਬ ਹੈ। ਠੀਕ ਹੈ, ਪਕੌੜੇ ਵੇਚਣਾ ਇੱਕ ਜੋਬ ਹੈ, ਪਰ ਜੇ ਤੁਸੀਂ ਕਿਸੇ ਨੂੰ ਐਮਟੈਕ ਕਰਕੇ ਜਾਂ MBA ਕਰਕੇ ਕਹੋਗੇ ਪਕੌੜੇ ਵੇਚ, ਫਿਰ ਤੁਸੀਂ MBA ਕਾਹਦੇ ਵਾਸਤੇ ਕਰੀਏ? ਉਹ ਤਾਂ ਪਹਿਲਾਂ ਹੀ ਕਰ ਲੈਂਦਾ। ਸਰਕਾਰੀ ਨੌਕਰੀ 'ਚ 20 ਗੁਣਾ ਪੈਸੇ, 15 ਗੁਣਾ ਪੈਸੇ, ਪ੍ਰਾਈਵੇਟ 'ਚ ਘੱਟ ਤੇ ਖੇਤੀ 'ਚ ਉਦੋਂ ਵੀ ਘੱਟ, ਇੰਡਸਟਰੀ 'ਚ ਉਸ ਤੋਂ ਵੀ ਘੱਟ। ਉਹਦੇ ਨਾਲ ਲੋਕਾਂ ਦਾ ਜਿਹੜਾ ਰੁਝਾਨ ਹੋ ਗਿਆ ਉਹ ਹੀ ਹੋ ਗਿਆ ਵੀ ਮੈਨੂੰ ਤਾਂ ਸਰਕਾਰੀ ਨੌਕਰੀ ਮਿਲੇ। ਫਿਰ ਅੱਗੇ ਅਸੀਂ ਇਹ ਕਰਤਾ ਵੀ ਸਰਕਾਰੀ ਨੌਕਰੀ ਕੋਈ ਜ਼ਿੰਮੇਵਾਰੀ ਨਹੀਂ, ਕੰਮ ਕਰੇ ਨਾ ਕਰੇ, ਰਿਸ਼ਵਤ ਲਵੇ, ਗਲਤ ਕੰਮ ਕਰਦੇ, ਕੰਮ ਆਉਂਦਾ ਹੋਵੇ ਨਾ ਆਉਂਦਾ ਹੋਵੇ, ਕੋਈ ਨਹੀਂ ਪੁੱਛਣ ਵਾਲਾ। ਆ ਕੱਢ ਲਓ ਪੰਜਾਬ ਸਰਕਾਰ ਦਾ ਵੀ ਕਦੇ ਅੱਜ ਤੱਕ ਇਸ ਕਰਕੇ ਬੰਦਾ ਡਿਸਮਿਸ ਹੋਇਆ ਹੋਵੇ ਇਹਨੂੰ ਕੰਮ ਨਹੀਂ ਆਉਂਦਾ। ਜੀ। ਨੌਕਰੀਆਂ ਦਿੱਤੀਆਂ ਨਹੀਂ, 4.5 ਸਾਲ ਤਾਂ ਕੈਪਟਨ ਅਮਰਿੰਦਰ ਸਿੰਘ ਆਪਦੇ ਮਹਿਲ ਚੋਂ ਨਹੀਂ ਨਿਕਲੇ ਤੇ ਮੁੱਖ ਮੰਤਰੀ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਤੇ ਦੋਸ਼ ਲੱਗਦੇ ਰਹੇ ਕਿ ਉਹ ਨਿਭਾ ਨਹੀਂ ਸਕੇ, ਤੇ ਨੌਜਵਾਨ ਕਿੱਧਰ ਨੂੰ ਜਾਊਗਾ? ਮੈਂ ਇਹ ਸਪਸ਼ਟ ਕਹਿਣ ਨੂੰ ਤਿਆਰ ਹਾਂ ਵੀ ਸਰਕਾਰ ਦਾ ਜਿਹੜਾ ਤੰਤਰ ਉਹ ਵਿਹਲੜ ਪੈਦਾ ਕਰਤਾ, ਕਰਪਟ ਪੈਦਾ ਕਰਤਾ, ਨਲਾਇਕ ਪੈਦਾ ਕਰਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਅੱਜ ਅਸੀਂ ਇੱਕ ਪੰਜਾਬ ਦਾ ਹੋਰ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਹ ਮੁੱਦਾ ਰਹੂਗਾ ਸੂਬੇ ਦੇ ਵਿੱਚ ਰੁਜ਼ਗਾਰ ਦੀ ਕੀ ਸਥਿਤੀ ਆ। ਵੱਖ-ਵੱਖ ਸਿਆਸੀ ਪਾਰਟੀਆਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਨੌਜਵਾਨਾਂ ਦੇ ਨਾਲ, ਨੌਕਰੀਆਂ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਤੇ ਪਰ ਜਦੋਂ ਉਹ ਕੁਰਸੀ ਦੇ ਉੱਤੇ ਬਹਿ ਜਾਂਦੀਆਂ ਨੇ, ਉਹਨਾਂ ਦੇ ਕੋਲੇ ਕੁਰਸੀ ਦੀ ਚਾਬੀ ਆ ਜਾਂਦੀ ਆ ਸਿਆਸਤਦਾਨਾਂ ਦੇ ਕੋਲ, ਤਾਂ ਉਹ ਮੁੱਦੇ ਭੁੱਲ ਜਾਂਦੀਆਂ ਨੇ ਤੇ ਨਾ ਹੀ ਲੋਕਾਂ ਨੂੰ ਘਰ ਘਰ ਰੁਜ਼ਗਾਰ ਮਿਲਦਾ ਹੈ ਤੇ ਨੌਜਵਾਨ ਸਾਡੇ ਫਿਰ ਨਿਰਾਸ਼ ਹੁੰਦੇ ਨੇ ਇਹਨਾਂ ਪਾਰਟੀਆਂ ਤੋਂ ਤੇ ਬਾਹਰ ਵਿਦੇਸ਼ਾਂ ਵੱਲ ਉਡਾਰੀ ਮਾਰਦੇ ਨੇ ਤੇ ਆਪਣਾ ਭਵਿੱਖ ਕਿਤੇ ਹੋਰ 7 ਸਮੁੰਦਰੋਂ ਪਾਰ ਤਲਾਸ਼ਦੇ ਨੇ। ਤੇ ਪੰਜਾਬ ਦੇ ਵਿੱਚ ਵੀ ਇਹ ਸੰਕਟ ਹੈ, ਜਿਹੜਾ ਬੇਰੁਜ਼ਗਾਰੀ ਦਾ ਸੰਕਟ ਹੈ, ਗੰਭੀਰ ਹੈ। 2022 ਦੀਆਂ ਚੋਣਾਂ ਆ ਰਹੀਆਂ ਨੇ, ਫਿਰ ਪ੍ਰਸ਼ਾਂਤ ਕਿਸ਼ੋਰ ਵਰਗੇ ਨੌਜਵਾਨਾਂ ਨੂੰ ਆਪਣੇ ਸੁਪਨੇ ਵੇਚਣਗੇ। ਸੁਪਨਿਆਂ ਦੇ ਮਦਾਰੀ ਕਹੇ ਜਾਣ ਵਰਗੇ ਜਿਹੜੇ ਰਣਨੀਤੀ ਘਾੜੇ ਨੇ ਉਹ ਮੈਦਾਨ ਦੇ ਵਿੱਚ ਆ ਚੁੱਕੇ ਨੇ। ਵੱਖ-ਵੱਖ ਪਾਰਟੀਆਂ ਨੇ ਆਪਣੇ ਉਹਨਾਂ ਨੂੰ ਹਾਇਰ ਕੀਤਾ ਤੇ ਨੌਜਵਾਨ
ਇਹਨਾਂ ਦੇ ਚੁੰਗਲ ਵਿੱਚ ਇਸ ਵਾਰ ਨਾ ਫਸਣ। ਇਸ ਸੰਬੰਧ ਦੇ ਵਿੱਚ ਅਸੀਂ ਗੰਭੀਰ ਚਰਚਾ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਉੱਘੇ ਬੁੱਧੀਜੀਵੀ ਤੇ ਜਿਹੜੇ ਪੰਜਾਬ ਦੀ ਸਮਝ ਰੱਖਦੇ ਨੇ, ਰਮਜ ਨੂੰ ਪਛਾਣਦੇ ਨੇ, ਕੀ ਸਥਿਤੀ ਕੀ ਹੈ, ਕਿਵੇਂ ਇਹਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਸਰਕਾਰਾਂ ਨੂੰ ਨੀਤੀਆਂ ਬਣਾਉਣੀਆਂ ਚਾਹੀਦੀਆਂ, ਲੋਕਾਂ ਨੂੰ ਕੀ ਆਪਣੇ ਹੱਕਾਂ ਦੇ ਲਈ ਕਿਵੇਂ ਜਾਗਰੂਕ ਹੋਣਾ ਹੈ। ਤੇ ਇਸ ਸੰਬੰਧ ਦੇ ਵਿੱਚ ਅਸੀਂ ਗੰਭੀਰ ਚਰਚਾ ਕਰਾਂਗੇ। ਪੰਜਾਬ 'ਚ ਰੁਜ਼ਗਾਰ ਦੀ ਸਥਿਤੀ ਕੀ ਹੈ, ਰੁਜ਼ਗਾਰ ਦੇ ਸਾਧਨ ਕਿੰਨੇ ਕਿੰਨੇ, ਸਰਕਾਰੀ ਸਾਧਨ ਕਿੰਨੇ ਤੇ ਗੈਰ ਸਰਕਾਰੀ ਸਾਧਨ ਕਿੰਨੇ ਨੇ, ਕਿੰਨੀਆਂ ਨੌਕਰੀਆਂ ਸਰਕਾਰੀ ਅਦਾਰਿਆਂ ਦੇ ਵਿੱਚ ਖਤਮ ਹੋ ਜਾਂਦੀਆਂ ਨੇ, ਸਰਕਾਰ ਭਰਨ ਤੋਂ ਭੱਜ ਜਾਂਦੀ ਆ। ਇਸ ਸੰਬੰਧ ਦੇ ਵਿੱਚ ਡਾਕਟਰ ਪਿਆਰਾ ਲਾਲ ਗਰਗ ਜੀ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਬੜੀ ਮਿਹਰਬਾਨੀ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਦਰਸ਼ਕਾਂ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚਾਨਣਾ ਪਾਉਂਗੇ। ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਗੱਲ ਕਰਾਂਗੇ ਇਸ ਵਾਰੀ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਕੀ ਸਥਿਤੀ ਹੈ, ਰੁਜ਼ਗਾਰ ਕਿਵੇਂ ਸਿਰਜੇ ਜਾ ਸਕਦੇ ਨੇ, ਸਿਆਸੀ ਪਾਰਟੀਆਂ ਦੀ ਰੁਜ਼ਗਾਰ ਸਿਰਜਣ ਵਿੱਚ ਕੀ ਭੂਮਿਕਾ ਹੋਣੀ ਚਾਹੀਦੀ ਹੈ, ਸਰਕਾਰਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਤੇ ਸਾਡੇ ਲੋਕਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ। ਦੇਖੋ, ਪਹਿਲੀ ਗੱਲ ਇਹ ਹੈ ਵੀ ਜਿੱਦਾਂ ਦਾ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਜੀ, ਬਾਂਦਰ ਤੋਂ ਮਨੁੱਖ ਬਣੇ ਹੈ, ਉਦੋਂ ਤੋਂ ਹੀ ਰੁਜ਼ਗਾਰ ਜਿਹੜਾ ਹੈ ਉਹ ਇੱਕ ਮੁੱਦਾ ਹੈ। ਉਹ ਰੁਜ਼ਗਾਰ ਹੈ ਕੀ? ਰੁਜ਼ਗਾਰ ਇਹ ਹੈ ਕਿ ਕੁਦਰਤ ਦੇ ਸਾਧਨ ਨੇ, ਉਹ ਤਾਂ ਆਪਾਂ ਨੇ ਨਹੀਂ ਬਣਾਏ, ਪਹਾੜ ਨੇ, ਦਰਿਆ ਨੇ, ਸਮੁੰਦਰ ਨੇ, ਧਰਤੀ ਹੈ, ਜੰਗਲ ਨੇ, ਉਹਨਾਂ ਕੁਦਰਤੀ ਸਾਧਨਾਂ ਤੋਂ ਐਸੇ ਮਾਲ ਤਿਆਰ ਕਰਨੇ, ਉਤਪਾਦਨ ਕਰਨੇ ਜਿਹੜੇ ਮਨੁੱਖ ਦੇ ਕੰਮ ਆਉਣ, ਜਾਂ ਕਿਸੇ ਹੋਰ ਪਸ਼ੂ ਪਕਸ਼ੀ ਦੇ, ਜਾਂ ਜਿਹੜੀਆਂ ਸਜੀਵ ਚੀਜ਼ਾਂ ਨਹੀਂ ਵੀ ਹੈਗੀਆਂ ਉਹਨਾਂ ਦੇ ਵਾਸਤੇ ਉਹਨਾਂ ਦੀ ਲੋੜ ਹੋਵੇ। ਉਹ ਸਾਧਨ ਪੈਦਾ ਕਰਨ ਵਾਸਤੇ ਹੁਣ ਉਹਨਾਂ ਸਾਧਨਾਂ ਤੋਂ ਹੋਰ ਸਾਧਨ ਪੈਦਾ ਕਰਨੇ, ਇਹ ਸਾਰੇ ਕਾਸੇ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਅਸੀਂ ਕਹਿੰਦੇ ਹਾਂ ਕਿਰਤ। ਔਰ ਕਿਰਤ ਨੂੰ ਅੱਗੇ ਅਸੀਂ ਬਦਲਤਾ ਰੁਜ਼ਗਾਰ 'ਚ, ਕਿਉਂਕਿ ਕਿਰਤ ਜਿੰਨਾ ਚਿਰ ਕਿਰਤ ਇਹ ਰਹਿ ਗਈ ਕਿ ਤੁਸੀਂ ਜੋ ਚਾਹੀਦਾ ਉਹ ਆਪਣਾ ਤੋੜ ਲਿਆਂਦੇ, ਫਲ ਤੋੜ ਲਿਆਂਦੇ, ਕੋਈ ਸ਼ਿਕਾਰ ਮਾਰ ਲਿਆਂਦਾ, ਉਹ ਖਾ ਲਿਆ ਵੰਡ ਕੇ, ਉਹਨਾਂ ਚਿਰ ਉਹ ਕਿਰਤ ਇਸ ਪੱਧਰ ਤੱਕ ਦੀ ਸੀ, ਉਹਨੂੰ ਕਿਰਤ ਨਹੀਂ ਅਸੀਂ ਕਹਿੰਦੇ ਸੀ, ਉਹ ਕਹਿੰਦੇ ਗੁਜ਼ਾਰਾ। ਹੁਣ ਉਹ ਕਿਰਤ ਬਣ ਗਈ। ਕਿਰਤ ਦਾ ਮਤਲਬ ਹੈ ਉਹਦੇ 'ਚ ਪੈਸਾ ਸ਼ਾਮਲ ਹੋ ਗਿਆ। ਤੁਸੀਂ ਮਿਹਨਤ ਕਰਦੇ ਹੋ, ਮਿਹਨਤ ਕਰਕੇ ਤੁਸੀਂ ਆਪਣੀ ਮਿਹਨਤ ਵੇਚਦੇ ਹੋ, ਚਾਹੇ ਆਪਣੀ ਮਿਹਨਤ ਦਾ ਜੋ ਉਤਪਾਦਨ ਕੀਤਾ ਉਹਨੂੰ ਵੇਚਦੇ ਹੋ ਤੇ ਉਹਦੇ ਨਾਲ ਤੁਹਾਨੂੰ ਕੁਝ ਪੈਸੇ ਮਿਲਦੇ ਨੇ, ਉਹਦੇ ਨਾਲ ਤੁਸੀਂ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹੋ ਜੀ। ਸੋ ਕਿਰਤ ਦੇ ਉੱਤੇ ਬੜੀ ਵੱਡੀ ਗੱਲ ਜਿਹੜੀ ਜੇ ਅਸੀਂ ਦੇਖੀਏ ਵੀ ਕਿਰਤ ਕਿੰਨੀ ਜ਼ਰੂਰੀ ਹੈ, ਕਿਰਤ ਤੋਂ ਬਗੈਰ ਮਨੁੱਖ ਜੀ ਨਹੀਂ ਸਕਦਾ ਜੀ। ਅੱਜ ਜਿਹੜਾ ਜ਼ਿਆਦਾ ਚੱਲ ਰਿਹਾ ਹੈ, ਜੋ ਤੁਸੀਂ ਸਥਿਤੀ ਦੀ ਗੱਲ ਕਰਦੇ ਹੋ, ਸਥਿਤੀ ਪਹਿਲਾਂ ਲੋਕਾਂ ਨੂੰ ਬਹੁਤ ਪਤਾ ਹੈ, ਉਸ ਤੇ ਆਪਾਂ ਆਵਾਂਗੇ। ਸਥਿਤੀ ਹੋਰ ਬਦਤਰ ਹੋਣ ਚੱਲੀ ਹੈ ਕਿਉਂਕਿ ਅੱਜ ਮਨੁੱਖ ਨੂੰ ਕਿਰਤ ਨਾਲੋਂ ਤੋੜਿਆ ਜਾ ਰਿਹਾ ਹੈ ਜੀ। ਬਣਾਉਟੀ ਬੁੱਧੀ ਦੇ ਰਾਹੀਂ ਰੋਬੋ ਬਣਾ ਕੇ, ਆਰਟੀਫਿਸ਼ੀਅਲ ਬੁੱਧੀ ਵਾਲੇ ਰੋਬੋ ਬਣਾ ਕੇ ਜਿਹੜਾ ਵੀ ਕੰਮ ਦੁਨੀਆ 'ਚ ਹੋਣਾ ਹੈ ਉਹ ਕੋਸ਼ਿਸ਼ ਕਰੀ ਜਾ ਰਹੀ ਹੈ ਕਿ ਮਨੁੱਖ ਨੂੰ ਵਿੱਚੋਂ ਮਾਈਨਸ ਕਰ ਦਿਓ ਤੇ ਉਹ ਰੋਬੋਟ ਰਾਹੀਂ ਕਰਿਆ ਜਾਵੇ ਜੀ। ਘਰਾਂ 'ਚ ਤੁਸੀਂ ਦੇਖੋ ਸਫਾਈ ਕਰਨ ਵਾਸਤੇ ਮਸ਼ੀਨਾਂ ਆ ਗਈਆਂ ਜੀ, ਕੱਪੜੇ ਧੋਣ ਦੀਆਂ ਮਸ਼ੀਨਾਂ ਆ ਗਈਆਂ, ਸਭ ਉਸ ਤਰੀਕੇ ਨਾਲ ਉਹ ਮੁੱਢਲਾ ਉਹਦਾ ਸਰੂਪ ਹੈ। ਪਰ ਵੱਡਾ ਸਰੂਪ ਇਹ ਵੀ ਹੈ ਵੀ ਉਹ ਵੱਡੇ ਆਪਰੇਸ਼ਨ ਵੀ ਕਰਨਗੇ। ਆ ਕਾਰਾਂ ਤਾਂ ਹੁਣ ਉਸ ਦੇ ਬਗੈਰ ਆਈ ਜਾਣੀਆਂ ਨੇ, ਉਹਦੀ ਤਾਂ ਹੋ ਗਏ ਡਰਾਈਵ ਸਾਰੇ ਤੇ ਬਗੈਰ ਡਰਾਈਵਰ ਦੇ। ਸੋ ਉਸ ਤਰੀਕੇ ਨਾਲ ਜਦ ਤੁਸੀਂ ਕਿਰਤ ਤੋਂ ਮਨੁੱਖ ਨੂੰ ਤੋੜ ਦਿੰਦੇ ਹੋ ਤਾਂ ਮਨੁੱਖ ਨਹੀਂ ਰਹਿੰਦਾ ਜੀ। ਫਿਰ ਉਹ ਡਿਪਰੈਸ਼ਨ 'ਚ ਜਾਏਗਾ, ਮਾਨਸਿਕ ਰੋਗੀ ਬਣੇਗਾ, ਖੁਦਕੁਸ਼ੀਆਂ ਕਰੇਗਾ, ਵਾਇਲੈਂਟ ਹੋਏਗਾ, ਹਿੰਸਾ ਕਰੇਗਾ। ਸੋ ਕਿਰਤ ਬਹੁਤ ਜ਼ਰੂਰੀ ਹੈ। ਇਸੇ ਕਰਕੇ ਕਿਰਤ ਦੇ ਵਾਸਤੇ ਸਾਡਾ ਜਿਹੜਾ ਪੰਜਾਬ ਦਾ ਫਲਸਫਾ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ, ਨਾਮ ਜਪ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਿਹੜਾ ਵੰਡ ਛਕਣਾ, ਕਿਰਤ ਕਰਨਾ, ਕਿਰਤ ਦੇ ਨਾਲ। ਜੇ ਕਿਰਤ ਨਹੀਂ ਹੋਏਗੀ ਮਨੁੱਖ ਦੀ, ਤੁਸੀਂ ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ, ਤੁਸੀਂ ਵੈਸੇ ਇੱਥੇ ਬੈਠਾ ਰਹਿ, ਕੁਛ ਨਹੀਂ ਕਰਨਾ, ਕਿਸੇ ਨਾਲ ਗੱਲ ਨਹੀਂ ਕਰਨੀ, ਕੋਈ ਕੰਮ ਨਹੀਂ ਕਰਨਾ, ਕੋਈ ਉੱਠ ਕੇ ਨਹੀਂ ਜਾਣਾ, ਉਹ 2 ਦਿਨ 'ਚ ਪਾਗਲ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਮਨੁੱਖ ਦੇ ਨਾਲ ਹੈ, ਕੱਲੀ ਹੋਵੇ ਨਾ ਬਣਾ ਵਿੱਚ ਲੱਕੜੀ। ਸੋ ਕਿਰਤ ਇਸ ਕਰਕੇ ਆ। ਪਰ ਕਿਰਤ ਵਾਸਤੇ ਜਿਵੇਂ ਤੁਸੀਂ ਕਿਹਾ ਬਾਹਰ ਨੂੰ ਉਡਾਰੀ ਮਾਰਦੇ ਨੇ, ਕਿਰਤ ਵਾਸਤੇ ਥਾਂ ਥਾਂ ਤੇ ਬੰਦਾ ਜਾਂਦਾ ਹੈ ਕਿਉਂਕਿ ਰੁਜ਼ਗਾਰ ਤੋਂ ਬਿਨਾਂ ਉਹਦਾ ਗੁਜ਼ਾਰਾ ਵੀ ਨਹੀਂ ਹੈ ਜੀ। ਸੋ ਇਸੇ ਕਰਕੇ ਕਿਹਾ ਨੱਕ ਨੱਥ, ਗੁਰਬਾਣੀ 'ਚ ਕਿਹਾ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਕਿਰਤ ਧੱਕੇ ਦਿੰਦੀ ਹੈ ਜੀ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਜੀ। ਸੋ ਇਹ ਜਿਹੜੇ ਬਾਹਰ ਉਡਾਰੀ ਮਾਰਦੇ ਨੇ, ਉਹ ਕਿਰਤ ਉਹਨਾਂ ਨੂੰ ਉੱਥੇ ਧੱਕੇ ਦਿੰਦੀ ਹੈ ਕਿਉਂਕਿ ਇੱਥੇ ਕਿਰਤ ਹੈ ਨਹੀਂ। ਸੋ ਬਾਹਰ ਜਾਣ ਦੀ ਜਿਹੜੀ ਤੁਸੀਂ ਗੱਲ ਕਰੀ ਹੈ, ਉਹ ਇਹ ਵੀ ਇੱਕ ਤਾਂ ਹੁੰਦਾ ਹੈ ਵੀ ਬਾਹਰ ਕੋਈ ਆਪਣੀ ਅੱਛੇ ਭਵਿੱਖ ਵਾਸਤੇ ਜਾਂਦਾ ਹੈ, ਇੱਕ ਹੁੰਦਾ ਹੈ ਇੱਥੋਂ ਮਜਬੂਰ ਹੋ ਕੇ ਜਾਂਦਾ ਹੈ, ਇੱਕ ਇੱਛਾ ਨਾਲ ਜਾਣਾ, ਇੱਕ ਮਜਬੂਰ ਹੋ ਕੇ ਜਾਣਾ। ਅੱਜ ਸਾਡੇ ਪੰਜਾਬ ਦਾ ਇਹ ਹਾਲਤ ਹੋ ਗਿਆ ਕਿ ਪੰਜਾਬ 'ਚੋਂ ਸਾਡਾ ਨੌਜਵਾਨ ਜੋ ਤੁਸੀਂ ਕਿਹਾ ਹੈ, ਉਹ ਮਜਬੂਰ ਹੋ ਕੇ ਬਾਹਰ ਜਾ ਰਿਹਾ ਜੀ। ਉਹ ਖੁਸ਼ੀ ਨਾਲ ਨਹੀਂ ਜਾ ਰਿਹਾ, ਉਹਨੂੰ ਲੱਗਦਾ ਵੀ ਇੱਥੇ ਤਾਂ ਕੁਛ ਹੈ ਨਹੀਂ ਯਾਰ, ਉੱਥੇ ਚੱਲੀਏ। ਸੋ ਉਹ ਕਿਉਂ ਹੋ ਗਿਆ?
ਉਹ ਤਾਂ ਹੋ ਗਿਆ ਕਿ ਪੰਜਾਬ ਜਿਹੜਾ ਹੈ ਇਹਦੇ ਵਿੱਚ ਕਿਰਤ ਦਾ ਜਿਹੜਾ ਸਤਿਕਾਰ ਸੀ ਕਿਤੋਂ ਖਤਮ ਹੋ ਗਿਆ। ਆ ਕਿਸਾਨ ਐਡਾ ਅੰਦੋਲਨ ਕਿਉਂ ਕਰ ਰਹੇ ਨੇ? ਕਿਸਾਨ ਕਿਰਤ ਕਰਦਾ ਹੈ। ਕਿਰਤ ਨੂੰ ਹਾਲਾਂਕਿ ਬਹੁਤ ਸਾਰੇ ਕਹਿੰਦੇ ਤਾਂ ਜੀ ਮਸ਼ੀਨਾਂ ਤੋਂ ਚੱਲਦਾ, ਹੁਣ ਤਾਂ ਹੋਰਾਂ ਨੂੰ ਬਾਹਰਲੀ ਲੇਬਰ ਤੋਂ ਸਹਾਰਾ ਕਰਦਾ, ਇਹ ਤਾਂ ਵਿਹਲਾ ਹੋ ਗਿਆ। ਜਾ ਕੇ ਜਦ ਖੇਤਾਂ 'ਚ ਦੇਖਦਾ ਬੰਦਾ ਉਦੋਂ ਪਤਾ ਲੱਗਦਾ ਵੀ ਇਹ ਕਿਰਤ ਵੀ ਕਰ ਰਿਹਾ, ਐ ਨਹੀਂ ਵੀ ਕਿਸਾਨ ਕਿਰਤ ਨਹੀਂ ਕਰ ਰਿਹਾ। ਸੋ ਜਦੋਂ ਕਿਰਤ ਕਰਦੇ ਹੋਏ ਨੂੰ ਤੁਸੀਂ ਦੋ ਹਿੱਸਿਆਂ 'ਚ ਵੰਡਦਾ ਜੀ, ਇੱਕ ਕਿਰਤ ਹੈ ਸਰੀਰਕ ਕਿਰਤ ਜੀ, ਇੱਕ ਹੈ ਦਿਮਾਗੀ ਕਿਰਤ। ਤੁਸੀਂ ਜਿਹੜਾ ਦਿਮਾਗੀ ਕਿਰਤ ਕਰਦਾ ਹੈ ਉਹਦਾ ਮੁੱਲ ਬਹੁਤ ਜ਼ਿਆਦਾ ਪਤਾ ਉਹਦੀ ਕਿਰਤ ਦਾ, ਤੇ ਜਿਹੜਾ ਸਰੀਰਕ ਕਿਰਤ ਕਰਦਾ ਹੈ ਉਹਦਾ ਮੁੱਲ ਘਟਾਤਾ, ਵਿਤਕਰਾ ਬਹੁਤ ਵੱਡਾ ਹੋ ਗਿਆ। ਇਸੇ ਕਰਕੇ ਜਿੱਥੇ ਪਹਿਲਾਂ ਕਹਿੰਦੇ ਸੀ ਉੱਤਮ ਖੇਤੀ ਤੇ ਮੱਧਮ ਵਪਾਰ, ਨਿਖਿੱਧ ਚਾਕਰੀ, ਭੀਖ ਦੁਆਰ, ਹੁਣ ਉਲਟਾ ਹੋ ਗਿਆ ਵੀ ਉੱਤਮ ਹੁਣ ਚਾਕਰੀ ਹੈ, ਖਾਸ ਕਰਕੇ ਸਰਕਾਰੀ ਚਾਕਰੀ ਜੀ। ਸੋ ਇਹ ਜਦ ਕਿਰਤ ਨਾਲ ਨੂੰ ਟੁੱਟਦਾ ਹੈ ਤਾਂ ਫਿਰ ਇਹ ਦੂਜੀਆਂ ਚੀਜ਼ਾਂ ਉੱਤੇ ਆ ਜਾਂਦੀਆਂ ਨੇ। ਤੇ ਬੌਧਿਕ ਕਿਰਤ ਨੂੰ ਜਦ ਤੁਸੀਂ ਜ਼ਿਆਦਾ ਭਾਰੀ ਬਣਾਤਾ ਤਾਂ ਸਰੀਰਕ ਕਿਰਤ ਦਾ ਤੁਸੀਂ ਜਿਹੜਾ ਵਰਚਸਵ ਸੀ, ਜਿਹੜੀ ਉਹਦੀ ਤਾਕਤ ਸੀ, ਉਹਨੂੰ ਘਟਾ ਰਹੇ ਹੋ। ਆਹ ਸਾਰਾ ਜਿਹੜੇ ਖੇਤੀ ਕਾਨੂੰਨ ਨੇ ਜਾਂ ਜਿਹੜੇ ਆ ਹੁਣ ਲੇਬਰ ਦੇ ਲਾਅ ਆ ਰਹੇ ਨੇ, ਕਿਰਤ ਕਾਨੂੰਨ ਬਦਲ ਕੇ ਆ ਰਹੇ ਨੇ, ਇਹ ਸਾਰਾ ਕੁਛ ਉਹਦੇ ਅੱਧਾ ਘੁੰਮਦਾ ਹੈ। ਹੁਣ ਅੱਜ ਸਥਿਤੀ ਕੀ ਹੈ? ਜੇ ਅਸੀਂ ਦੇਖੀਏ ਪੰਜਾਬ ਵਰਗਾ ਸੂਬਾ, ਇਹਦੇ 'ਚ ਹਰ ਸਾਲ ਤਕਰੀਬਨ 3 ਲੱਖ ਰੁਜ਼ਗਾਰ ਸਿਰਜਣੇ ਦੀ ਲੋੜ ਹੈ, ਤੇ ਰੁਜ਼ਗਾਰ ਤਾਂ ਪਿਛਲੇ 20 ਸਾਲਾਂ 'ਚ ਸਿਰਜਿਆ ਨਹੀਂ ਗਿਆ ਬਹੁਤਾ ਜੀ। ਤੇ ਉਹ ਰੁਜ਼ਗਾਰ ਕਿੱਥੇ ਕਿੱਥੇ ਮਿਲਦਾ ਹੈ? ਇਹਨੂੰ ਜੇ ਆਪਾਂ ਦੇਖੀਏ, ਸਭ ਤੋਂ ਵੱਡਾ ਰੁਜ਼ਗਾਰ ਦਾ ਸਾਧਨ ਪੰਜਾਬ 'ਚ ਅੱਜ ਵੀ ਖੇਤੀ ਹੈ। ਪੰਜਾਬ ਦੇ ਵਿੱਚ ਜਿਹੜੇ ਕਿਰਤ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ ਜੇ 2011 ਦੀ ਜਿਹੜੀ ਜਨਸੰਖਿਆ ਸੁਮਾਰੀ ਹੋਈ, ਉਸ ਤੋਂ ਬਾਅਦ ਤਾਂ 21 ਵਾਲੀ ਤਾਂ ਹੋਈ ਹੋਈ ਨਹੀਂ, ਤੇ ਉਹਦੇ ਵਿੱਚ 98 ਲੱਖ ਤਕਰੀਬਨ 97,000 ਕਰੋੜ 99 ਲੱਖ ਬੰਦਾ ਕਿਰਤ ਕਰਦਾ ਸੀ ਕਿਸੇ ਨਾ ਕਿਸੇ, ਚਾਹੇ ਬੌਧਿਕ ਕਿਰਤ ਕਰਦਾ ਸੀ ਚਾਹੇ ਸਰੀਰ ਕਰਦਾ ਸੀ। ਉਸ 98 ਲੱਖ ਦੇ ਵਿੱਚੋਂ 35.5 ਲੱਖ 99 ਲੱਖ ਚੋਂ ਉਹ ਖੇਤੀ 'ਚ ਹੈ, ਜਿੱਚੋਂ 19.5 ਲੱਖ ਜਿਹੜਾ ਹੈ ਉਹ ਖੁਦ ਕਾਸ਼ਤਕਾਰ ਹੈ, ਕਿਸਾਨ ਹੈ, ਤੇ 16 ਲੱਖ ਉਹ ਹੈ ਜਿਹੜਾ ਉੱਥੇ ਖੇਤ ਮਜ਼ਦੂਰ ਹੈ। ਸੋ ਜੇ 35.5 ਲੱਖ ਜਾਣੀ ਕਿ 36% ਆਬਾਦ ਕਿਰਤ ਜਿਹੜੀ ਅਜੇ ਵੀ ਖੇਤੀ 'ਚੋਂ ਮਿਲ ਰਹੀ ਹੈ, ਤਾਂ ਫਿਰ ਖੇਤੀ ਵੱਡੀ ਗੱਲ ਹੋ ਗਈ, ਖੇਤੀ ਉਹ ਕਿਰਤ ਜ਼ਿਆਦਾ ਦੇ ਰਹੀ ਹੈ। ਦੂਜੀ ਕਿਰਤ ਦਾ ਜਿਹੜਾ ਸਾਧਨ ਹੈ ਵੱਡਾ, ਉਹ ਹੈਗੀ ਹੈ ਜਿਹੜੇ ਘਰੇਲੂ ਉਦਯੋਗ ਨੇ ਤੇ ਲਘੂ ਉਦਯੋਗ ਨੇ ਜੀ, ਛੋਟੀ ਸਨਅਤ ਹੈ। ਉਹਦੇ ਵਿੱਚ ਤਕਰੀਬਨ 21 ਲੱਖ ਬੰਦਾ ਕਿਰਤ ਕਰ ਰਿਹਾ ਹੈ, 21 ਲੱਖ। 36 ਤੋਂ ਬਾਅਦ ਇੱਕ ਹੀ ਆ ਗਿਆ, 35.5 ਤੋਂ ਬਾਅਦ ਜੀ। ਇਹ ਦੂਜਾ ਸੀ। ਹੁਣ ਸਾਡੇ ਉਲਟਾ ਕੀ ਹੋ ਗਿਆ? ਸਾਡੇ ਦੋਨਾਂ ਨੂੰ ਘਟਾ ਕੇ ਇੱਕ ਪਾਸੇ ਕਹਿਤਾ ਵੀ ਅਸੀਂ ਵੱਡੀ ਇੰਡਸਟਰੀ ਲਾਣੀ ਹੈ ਜਾਂ ਦਰਮਿਆਨੇ ਦਰਜੇ ਦੀ ਲਾਉਣੀ ਹੈ। ਦਰਮਿਆਨੇ ਤੇ ਵੱਡੇ ਦਰਜੇ ਦੀ ਇੰਡਸਟਰੀ ਜਿਹੜੀ ਉਹ ਸਾਰਾ 4.25 ਲੱਖ ਰੁਜ਼ਗਾਰ ਦਿੰਦੀ ਹੈ ਜੀ। ਜਿੱਥੇ ਇੱਧਰ 21 ਲੱਖ ਹੈ, ਉੱਧਰ 4.25 ਲੱਖ ਹੈ, ਪਰ ਪੂੰਜੀ ਬਹੁਤ ਜ਼ਿਆਦਾ ਲੱਗਦੀ ਹੈ ਉਹਦੇ ਤੇ। ਮਸ਼ੀਨਾਂ ਬਹੁਤ ਵੱਡੀਆਂ ਚਾਹੀਦੀਆਂ ਨੇ, ਜਗ੍ਹਾ ਬਹੁਤ ਵੱਡੀ ਚਾਹੀਦੀ ਹੈ। ਸੋ ਸਾਡੇ ਕੁਦਰਤੀ ਸਰੋਤ, ਸਾਡੇ ਵਿੱਤੀ ਸਰੋਤ ਜ਼ਿਆਦਾ ਖਰਚ ਹੁੰਦੇ ਨੇ, ਪਰ ਨੌਕਰੀਆਂ ਘੱਟ, ਰੁਜ਼ਗਾਰ ਘੱਟ। ਨੌਕਰੀ ਨਹੀਂ ਮੈਂ ਕਹਾਂਗਾ, ਰੁਜ਼ਗਾਰ ਘੱਟ ਹੁੰਦਾ ਹੈ। ਦੂਜੇ ਪਾਸੇ ਸਾਡੇ ਵਿੱਤੀ ਸਰੋਤ ਘੱਟ ਖਰਚ ਹੁੰਦੇ ਨੇ, ਕੁਦਰਤੀ ਸਰੋਤ ਘੱਟ ਖਰਚ ਹੁੰਦੇ ਨੇ, ਪਰ ਰੁਜ਼ਗਾਰ ਜ਼ਿਆਦਾ ਹੈ। ਇਹਦੇ ਉੱਤੇ ਸਾਨੂੰ ਫੈਸਲਾ ਕਰਨਾ ਪਏਗਾ। ਸਰਕਾਰਾਂ ਅੱਜ ਵੱਡੀ ਇੰਡਸਟਰੀ ਵੱਲ ਵੀ ਅਸੀਂ ਜੀ ਵੱਡੇ ਬੁਲਾ ਲਏ, ਬਾਹਰ ਲਿਆ ਗਏ, ਉਹ ਕਹਿੰਦੇ ਅਸੀਂ ਕਾਰਪੋਰੇਟ ਨੂੰ ਅਸੀਂ ਬੁਲਾ ਲਿਆ। ਆ ਜਿਹੜਾ ਸਾਈਲੋ ਦਾ ਝਗੜਾ ਚੱਲਦਾ ਹੈ ਅੰਬਾਨੀਆਂ ਅਡਾਨੀਆਂ ਦਾ, ਉਹ ਇਹੀ ਹੈ ਨਾ ਜੀ, ਵੀ ਤੁਸੀਂ ਉੱਥੇ ਲਾੜੋ ਮੋਗੇ ਚ ਲਾਇਆ, ਉਹ ਉੱਥੇ ਤਾਂ ਟਰਾਲਾ ਜਾਣਾ, ਅੰਦਰ ਆਟੋਮੈਟਿਕ ਭਰਤੀ ਹੋਈ ਜਾਂਦੇ, ਉੱਥੇ ਮਜ਼ਦੂਰਾਂ ਦੀ ਕੀ ਲੋੜ ਹੈ? ਕੰਮ ਦੀ ਤਾਂ ਲੋੜ ਹੀ ਨਹੀਂ ਉਹਦੇ ਚ, ਬਿਲਕੁਲ। ਸੋ ਕਿਰਤ ਦੀ ਲੋੜ ਹੀ ਨਹੀਂ ਹੈ, ਹੋ ਰਹੀ ਉਹ ਮਸ਼ੀਨ ਹੀ ਕਿਰਤ ਕਰ ਰਹੀ ਹੈ। ਸੋ ਇਸ ਕਰਕੇ ਇੱਕ ਤਾਂ ਸਾਡਾ ਇਹ ਤਵਾਜ਼ਨ ਅਸੀਂ ਹਟਾਤਾ। ਪਹਿਲਾਂ ਸਰੀਰਕ ਤੇ ਮਾਨਸਿਕ ਕਿਰਤ ਦਾ ਹਟਾਤਾ ਜੀ, ਤੇ ਫਿਰ ਅਸੀਂ ਸਰੀਰਕ ਕਿਰਤ ਦੇ ਵਿੱਚ ਵੀ ਜਿਹੜੇ ਹੈਗੇ ਨੇ ਉਹਨੂੰ ਇੰਨਾ ਥੱਲੇ ਲਾਤਾ ਕਿ ਅਸੀਂ ਮਸ਼ੀਨਾਂ ਰਾਹੀਂ ਕਿਰਤ ਨੂੰ ਜ਼ਿਆਦਾ ਤਰਜੀਹ ਦੇਤੀ, ਤੇ ਜਿਹੜੀ ਆਪਣੀ ਹੱਥ ਰਾਹੀਂ ਕਿਰਤ ਹੈ ਉਹਨੂੰ ਘਟਾਤਾ। ਫਿਰ ਅਸੀਂ ਹੱਥ ਰਾਹੀਂ ਕਿਰਤ ਜਿਹੜੀ ਹੁੰਦੀ ਸੀ ਉਹ ਖੇਤੀ ਔਰ ਇੰਡਸਟਰੀ 'ਚ ਫਰਕ ਕਰਤਾ ਜੀ, ਖੇਤੀ ਔਰ ਉਦਯੋਗ 'ਚ। ਫਿਰ ਉਦਯੋਗ ਦੇ ਵਿੱਚ ਫਰਕ ਕਰਤਾ, ਘਰੇਲੂ ਉਦਯੋਗ, ਲਘੂ ਉਦਯੋਗ ਤੇ ਦਰਮਿਆਨੇ 'ਚ ਵੱਡੇ ਉਦਯੋਗ ਜੀ। ਪੂੰਜੀ ਅਸੀਂ ਉੱਧਰ ਨੂੰ ਲਾ ਰਹੇ ਹਾਂ, ਸਾਧਨ ਅਸੀਂ ਉੱਧਰ ਨੂੰ ਲਾ ਰਹੇ ਹਾਂ, ਰੁਜ਼ਗਾਰ ਉੱਥੇ ਹੈ ਨਹੀਂ, ਤੇ ਫਿਰ ਰੁਜ਼ਗਾਰ ਤਾਂ ਮਿਲਣਾ ਨਹੀਂ। ਫਿਰ 3 ਲੱਖ ਰੁਜ਼ਗਾਰ ਕਿੱਥੋਂ ਸਿਰਜਿਆ ਜਾਣਾ? ਇਹ ਸਾਡੇ ਰੁਜ਼ਗਾਰ ਦਾ ਇੱਕ ਰੁਜ਼ਗਾਰ ਦਾ ਹੋਰ ਸਾਧਨ ਸੀ। ਉਹ ਸਾਧਨ ਹੈ ਨੌਕਰੀਆਂ ਜੀ। ਨੌਕਰੀਆਂ ਦੋ ਤਰ੍ਹਾਂ ਦੀਆਂ ਨੇ, ਇੱਕ ਪ੍ਰਾਈਵੇਟ ਨੇ, ਇੱਕ ਸਰਕਾਰੀ ਨੇ ਜੀ। ਡਾਕਟਰ ਸਾਹਿਬ
ਸਰਕਾਰੀ ਨੌਕਰੀ ਤੇ ਪ੍ਰਾਈਵੇਟ ਨੌਕਰੀ 'ਚ ਜ਼ਮੀਨ ਅਸਮਾਨ ਦਾ ਫਰਕ ਪਾਤਾ ਪੈਸਿਆਂ ਦਾ। ਜੀ ਡਾਕਟਰ ਸਾਹਿਬ, ਜੇ ਮੈਂ ਗੱਲ ਕਰਾਂ ਵੀ ਜਿਹੜਾ ਇੱਕ ਕਹਿ ਲਓ ਬਾਬੂ ਲੱਗਦਾ ਦਫ਼ਤਰ 'ਚ, ਹਾਂਜੀ, ਉਹਨੂੰ ਮਿਲਦਾ ਮੰਨ ਲਓ 70-80 ਹਜ਼ਾਰ ਰੁਪਇਆ ਜੀ, ਬਾਬੂ ਨੂੰ ਨਹੀਂ ਮਿਲਦਾ, ਸ਼ੁਰੂ 'ਚ 50,000 ਹੀ ਮਿਲਦਾ ਹੈ ਜੀ। ਪਰ ਜਿਹੜਾ ਕਿਸੇ ਪ੍ਰਾਈਵੇਟ ਅਦਾਰੇ 'ਚ ਬਾਬੂ ਲੱਗਦਾ ਹੈ, ਉਹੀ ਹਿਸਾਬ ਕਿਤਾਬ ਦਾ ਕੰਮ ਕਰਦਾ, ਉਹਨਾਂ ਦਾ ਜਾਂ ਲਿਖਣ ਪੜ੍ਹਨ ਦਾ, ਉਹਨੂੰ 10,000 ਮਿਲਦਾ ਜਾਂ 15,000 ਮਿਲਦਾ। ਏਦਾਂ ਹੀ ਜੇ ਮੈਂ ਸਕੂਲ ਮਾਸਟਰਾਂ ਦੀ ਗੱਲ ਕਰਾਂ ਜੀ, ਜਾਂ ਕਾਲਜ ਲੈਕਚਰਾਰਾਂ ਦੀ ਕਰਾਂ, ਜਿਹੜਾ ਸਰਕਾਰੀ 'ਚ ਲੱਗਦਾ ਹੈ ਉਹਦਾ 80,000 ਤੋਂ ਲੈ ਕੇ 2.5 ਲੱਖ ਤੱਕ, 2.5 ਲੱਖ ਤੱਕ ਤਨਖਾਹ ਹੈ ਜੀ। ਜਿਹੜਾ ਪ੍ਰਾਈਵੇਟ 'ਚ ਲੱਗਦਾ ਹੈ ਉਹ ਮਾਸਟਰ ਨੂੰ 5 ਤੋਂ 10,000 ਦਿੰਦੇ ਨੇ। ਅਸੀਂ ਇੱਥੇ 4500 ਸਕੂਲਾਂ ਦੀ ਸਟੱਡੀ ਕਰੀ, ਹਾਈ ਕੋਰਟ ਦਾ ਇੱਕ ਸੀਗੀ ਕਮੇਟੀ, ਮੈਂ ਉਹਦਾ ਮੈਂਬਰ ਸੀ, ਜੱਜ ਸਾਹਿਬ ਉਹਦੇ ਚੇਅਰਮੈਨ ਸੀਗੇ ਜਸਰਨਜੀਤ ਸਿੰਘ ਜੀ, ਤੇ ਫਿਰ ਜਸਟਿਸ ਅਮਰਦਾਸ ਸਿੰਘ। ਉਹਦੇ 'ਚ ਅਸੀਂ ਦੇਖਿਆ ਵੀ 5 ਤੋਂ 10,000 ਦਿੰਦੇ ਨੇ, 10 ਤੋਂ 20,000 ਤੇ ਕਰਾ ਰਹੇ ਨੇ, ਔਰ ਸਾਡੇ ਸਾਹਮਣੇ ਬੈਂਕਾਂ ਦੀਆਂ ਕਾਪੀਆਂ, ਪੈਸੇ ਕਢਾਵੇ ਪੇਸ਼ ਕਰੇ। ਸੋ ਇਹ ਇੱਕ ਅਸੀਂ ਵੱਡਾ ਗੈਪ ਪਾਤਾ, ਵੱਡਾ ਪਾੜਾ ਪਾਤਾ ਕਿ ਸਰਕਾਰੀ ਨੌਕਰੀ 'ਚ ਬਹੁਤ ਜ਼ਿਆਦਾ ਪੈਸਾ, ਪ੍ਰਾਈਵੇਟ 'ਚ ਅਸੀਂ ਜਿਹੜਾ ਘੱਟੋ ਘੱਟ ਇੱਕ ਕਿਰਤ ਦੇ ਵਿੱਚ ਗਾਹਾਂ ਫੈਸਲਾ ਹੈ ਵੀ ਬੰਦੇ ਨੂੰ, ਕਿਰਤ ਕਰਨ ਵਾਲੇ ਨੂੰ ਉਨੇ ਕੁ ਪੈਸੇ ਮਿਲਣੇ ਚਾਹੀਦੇ ਨੇ। ਜਿਵੇਂ ਮੈਂ ਕਿਹਾ ਨਾ ਵੀ ਕਿਰਤੋਂ ਵੇਚਦਾ ਜੀ, ਤੇ ਉਹਦੇ ਨਾਲ ਕੀ ਹੈ, ਉਹਨੇ ਕੱਪੜੇ ਖਰੀਦਣੇ ਨੇ, ਰੋਟੀ ਖਾਣ ਪੀਣ ਦਾ ਸਮਾਨ ਖਰੀਦਣਾ, ਬੱਚਿਆਂ ਦੀ ਪੜ੍ਹਾਈ, ਸਿਹਤ, ਮਕਾਨ, ਸਭ ਕੁਝ ਚਾਹੀਦਾ ਉਹਨੂੰ, ਵਾਹਨ ਜਾਣ ਆਉਣ। ਉਹ ਜਿਹੜੇ ਕਿਰਤ ਦਾ ਮੁੱਲ ਵੀ ਇਹਨੂੰ ਕਿੰਨਾ ਦਿੱਤਾ ਜਾਵੇ ਘੱਟੋ ਘੱਟ, ਉਹਦੇ ਨਿਯਮ ਵੀ ਬਣੇ ਹੋਏ ਨੇ। ਸੋ ਜਿਹੜੇ ਅਸੀਂ ਨਿਯਮ ਸੀ ਉਹ ਤੋੜਤੇ। ਨਿਯਮ ਹੈਗਾ ਕਿ ਘੱਟੋ ਘੱਟ ਉਜਰਤ ਇੰਨੀ ਦਿੱਤੀ ਜਾਊ। ਜਿਵੇਂ ਪੰਜਾਬ 'ਚ ਇਸ ਵਕਤ ਤਕਰੀਬਨ 11,000 ਹੈ ਅਨਸਕਿਲਡ ਵਰਕਰ ਦੀ ਜੀ, ਪਰ ਉਹ ਤਾਂ ਅਸੀਂ ਦੇ ਹੀ ਨਹੀਂ ਰਹੇ। 11,000 ਤਾਂ ਅਸੀਂ ਕਿਸੇ ਟੀਚਰ ਨੂੰ ਦੇ ਨਹੀਂ ਰਹੇ, ਜਿਹੜਾ ਪ੍ਰਾਈਵੇਟ ਹੁੰਦਾ ਸੀ 5 ਤੋਂ 7,000 ਦੇ ਰਹੇ ਨੇ। ਅਸੀਂ ਮੁਹਾਲੀ 'ਚ, ਖਰੜ 'ਚ ਟੀਚਰਾਂ ਨੂੰ ਸਕੂਲਾਂ 'ਚ ਜਾ ਕੇ ਦੇਖਿਆ ਜੀ ਡਾਕਟਰ ਸਾਹਿਬ, ਆਪ ਵਿਜ਼ਿਟ ਕਰਕੇ ਜੀ ਡਾਕਟਰ ਸਾਹਿਬ। ਸੋ ਉਹ ਅਸੀਂ, ਜਿਹੜੀ ਸਰਕਾਰ ਨੇ ਵੀ ਕਈ ਨੌਜਵਾਨ ਲਾਏ ਹੋਏ ਨੇ 5 ਤੋਂ 10,000 ਤੇ, ਸਰਕਾਰ ਜਿਹੜੀ ਸਰਕਾਰ ਨੇ ਆਪ ਘੱਟੋ ਘੱਟ ਅਨਸਕਿਲਡ ਦੀ ਜਿਹੜੀ ਲੇਬਰ ਹੈ, ਗੈਰ ਸਿੱਖਿਅਤ ਕਾਮੇ ਦੀ, ਗੈਰ ਹੁਨਰਮੰਦ ਕਾਮੇ ਦੀ, ਉਹ 19 ਲੇਬਰ ਵੀ ਨਹੀਂ ਦੇ ਰਹੇ ਜੀ ਡਾਕਟਰ ਸਾਹਿਬ। ਜਿਹੜੀ ਮਿਨੀਮਮ ਵੇਜ, ਘੱਟੋ ਘੱਟ ਉਜਰਤ ਦਫ਼ਤਰੀ ਕੰਮਾਂ ਵਾਸਤੇ, ਇੱਕ ਹਾਂ ਇਹ ਫਰਕ ਵੀ ਹੈ, ਜਿਹੜਾ ਕੰਮ ਕਰਦਾ ਕੋਈ ਖੇਤ 'ਚ, ਕੋਈ ਇੰਡਸਟਰੀ 'ਚ ਜੀ, ਉਹਦੀ ਜਿਹੜੀ ਘੱਟੋ ਘੱਟ ਉਜਰਤ ਆ ਉਹ ਘੱਟ ਹੈ। ਠੀਕ ਹੈ। ਜਿਹੜਾ ਉਸੇ ਪੱਧਰ ਦਾ ਕੰਮ ਜਾ ਕੇ ਕਰਦਾ ਦਫ਼ਤਰ 'ਚ, ਉਹਦੀ ਘੱਟੋ ਘੱਟ ਉਜਰਤ ਜ਼ਿਆਦਾ ਆ, ਸਰਕਾਰ ਵੱਲੋਂ ਨਿਰਧਾਰਤ ਕਰੀ ਹੋਈ। ਇਸ 'ਚ ਕਿਰਤ ਦਾ ਇੱਕ ਝਗੜਾ ਪਾਤਾ ਵੀ ਪ੍ਰਾਈਵੇਟ ਕਿਰਤ, ਉਸ ਕਿਰਤ ਨੂੰ ਤੁਸੀਂ ਕਿਵੇਂ ਲੈਣਾ। ਸੋ ਇਹਦੇ ਨਾਲ ਕਿਰਤ ਨੂੰ ਵੰਡਤਾ, ਔਰ ਕਿਰਤ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਹੈ ਉਹਨੂੰ ਥੱਲੇ ਲਾਤਾ, ਜਿਹੜਾ ਸਰੀਰ ਕੰਮ ਕਰਦਾ ਹੈ, ਜ਼ਿਆਦਾ ਕੰਮ ਕਰਦਾ, ਉਹਨੂੰ ਥੱਲੇ ਲਾਤਾ, ਜਿਹੜਾ ਵਿਹਲਾ ਬਹਿੰਦਾ ਹੈ ਉਹਨੂੰ। ਹੁਣ ਅੱਗੇ ਕੀ ਹੋ ਗਿਆ ਜੀ, ਇਸੇ ਕਿਰਤ ਦੇ ਵਿੱਚ ਜਦ ਮੈਂ ਦੇਖਦਾ ਜੀ, ਤਾਂ ਸਾਡੇ ਕੋਲੇ ਇਸ ਵਕਤ ਇਹ ਸਾਰੀਆਂ ਨੀਤੀਆਂ ਚੋਂ ਜੋ ਨਿਕਲ ਕੇ ਆਇਆ, ਉਹ ਨੀਤੀਆਂ ਚੋਂ ਨਿਕਲ ਕੇ ਇਹ ਆ ਗਿਆ ਸਾਡੇ ਸਾਹਮਣੇ ਕਿ ਅੱਜ 20 ਲੱਖ ਨੌਜਵਾਨ, ਜੇ ਮੈਂ 15 ਤੋਂ 34 ਸਾਲ ਦੀ ਉਮਰ ਤੱਕ ਲਵਾਂ, 15 ਤੋਂ 34 ਸਾਲ 'ਚ ਉਹ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ। ਕਿਵੇਂ ਹੈ? ਪੰਜਾਬ ਦੀ 15 ਤੋਂ 34 ਸਾਲ ਦੀ 1 ਕਰੋੜ 8 ਲੱਖ ਆਬਾਦੀ ਹੈ। ਅੱਛਾ ਜੀ। ਉਹਦੇ ਵਿੱਚੋਂ 46 ਲੱਖ ਤਾਂ ਜਿਹੜੇ ਮੈਂ ਕਿਹਾ ਨਾ 98.97 ਯਾਨੀ ਕਿ 99 ਲੱਖ ਕਾਮੇ ਨੇ, 46 ਲੱਖ ਤਾਂ ਉਹ ਕਾਮਿਆਂ 'ਚ ਸ਼ਾਮਲ ਨੇ ਪਹਿਲਾਂ ਹੀ। ਕੋਈ ਖੇਤੀ ਕਰਦਾ, ਕੋਈ ਰੇਹੜੀ ਲਾਉਂਦਾ, ਕੋਈ ਕੁਛ ਵੀ ਕਰਦਾ ਜੀ। ਉਸ ਤੋਂ ਅੱਗੇ ਜਿਹੜੇ ਹੈਗੇ ਨੇ ਤਕਰੀਬਨ 42 ਲੱਖ ਜੀ, ਉਹ ਹੈਗੇ ਨੇ ਜਿਹੜੇ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲਾਂ 'ਚ, ਹਾਈ ਸਕੂਲਾਂ 'ਚ, ਪੋਲੀਟੈਕਨਿਕਾਂ 'ਚ, ਨਰਸਿੰਗ 'ਚ, ਡਾਕਟਰੀ 'ਚ, ਹੋਰ ITI 'ਚ ਇਸ ਤਰ੍ਹਾਂ ਪੜ੍ਹਾਈ ਵਗੈਰਾ ਕਰਦੇ ਨੇ, ਟ੍ਰੇਨਿੰਗ ਕਰ ਰਹੇ ਨੇ, ਉਹ ਸਕਿੱਲ ਹਾਸਲ ਕਰ ਰਹੇ ਨੇ। ਸੋ ਇਹ 88 ਲੱਖ ਹੋ ਗਿਆ ਜੀ। 1 ਕਰੋੜ 8 ਲੱਖ 'ਚੋਂ 88 ਲੱਖ ਦੇ 20 ਲੱਖ ਹੋ ਗਿਆ। 20 ਲੱਖ ਬੇਰੁਜ਼ਗਾਰ ਹੈ। ਉਹਦੇ ਵਾਸਤੇ ਰੁਜ਼ਗਾਰ ਕੋਈ ਸਿਰਜਿਆ ਨਹੀਂ। ਜਦੋਂ ਰੁਜ਼ਗਾਰ ਨਹੀਂ ਸਿਰਜਿਆ ਤਾਂ ਉਹ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ, ਜ਼ਮੀਨ ਵੇਚਦਾ ਹੈ, ਠੱਗੀ ਨਾਲ ਜਾਂਦਾ ਹੈ, ਬਿਨਾਂ ਹੌਸਲੇ ਜਾਂਦਾ ਹੈ, ਉਹਨਾਂ ਦੇ ਵਿੱਚ ਬੋਗੀਆਂ ਦੇ ਵਿੱਚ ਪਿੱਛੇ ਬਹਿ ਕੇ ਜਾਂਦਾ ਹੈ, ਟਰੱਕਾਂ 'ਚ ਕਿਤੇ ਲੁਕ ਕੇ ਜਾਂਦਾ ਹੈ, ਜੰਗਲਾਂ ਦੇ ਵਿੱਚ ਦੀ ਜਾਂਦਾ ਹੈ। ਔਰ ਉਹ ਮਾਲਟਾ ਕਿਸ਼ਤੀ ਆਪਾਂ ਨੂੰ ਪਤਾ ਹੀ ਹੈ, ਉਹ ਫਿਰ ਰਸਤੇ 'ਚ ਫੜੇ ਜਾਂਦੇ ਨੇ, ਫਿਰ ਇਲੀਗਲ ਉੱਥੇ ਰਹਿ ਰਹੇ ਨੇ। ਇਹ ਬੜਾ ਕੁਛ ਹੈ, ਇਹ ਸਾਰਾ ਮੈਂ ਉਸ ਪਾਸੇ ਜਾਵਾਂਗਾ ਨਹੀਂ ਜੀ ਡਾਕਟਰ ਸਾਹਿਬ। ਸੋ ਇਹ ਜਿਹੜੀ ਕਿਰਤ ਹੈ, ਕਿਉਂਕਿ ਉਹਦੇ ਕਿਰਤ ਸਿਰਜੀ ਨਹੀਂ ਅਸੀਂ ਜੀ, ਜਿਹੜੀ ਸਾਡੇ ਕੋਲ ਹੈਗੀ ਸੀ ਉਹਨੂੰ ਘਟਾਉਣ ਲੱਗੇ। ਯਾਨੀ ਕਿ ਹਰ ਗੱਲ 'ਚ ਮਸ਼ੀਨ ਲਿਆ ਦਿਓ, ਹਰ ਗੱਲ 'ਚ ਠੇਕੇਦਾਰੀ ਵਾੜ ਦਿਓ, ਹਰ ਗੱਲ ਦੇ ਵਿੱਚ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਲਾ ਦਿਓ ਜੀ। ਤੁਸੀਂ ਜਿਹੜਾ ਵੀ ਕੰਮ ਕਰਨਾ ਹੈ, ਹੁਣ ਅਸੀਂ ਕਿਰਤ ਦੇ ਨਾਲ ਜੀ ਡਾਕਟਰ ਸਾਹਿਬ ਜੋ ਅਗਾਹਾਂ ਵਧੂ ਟੈਕਨੋਲੋਜੀ ਹੈ, ਤਕਨੀਕ ਹੈ ਜੀ, ਬਨੌਟੀ ਬੁੱਧੀ ਹੈ, ਉਹਦੀ ਵਰਤੋਂ ਕਿਵੇਂ ਕਰਨੀ ਸੀ, ਉੱਥੇ ਅਸੀਂ ਖਾ ਕੇ ਮਾਰ।
ਪੰਜਾਬੀ ਉੱਥੇ ਮਾਰਕ, ਪੰਜਾਬੀ ਵੀ ਵੈਸੇ ਮੁੜ ਕੇ ਹੀ ਪੂਰਾ, ਪਰ ਪੰਜਾਬੀ ਵੀ ਕਿਵੇਂ ਜੀ। ਹੁਣ ਅਸੀਂ ਬਨੌਟੀ ਬੁੱਧੀ ਕਿੱਥੇ ਲਾਉਣੀ ਸੀ? ਬੜਾ ਗੰਦਾ ਨਾਲਾ ਹੈ, ਉਹ ਚੋਂ ਬੜੀਆਂ ਗੈਸਾਂ ਨਿਕਲਦੀਆਂ ਨੇ, ਉੱਥੇ ਜਦ ਮਜ਼ਦੂਰ ਜਾਂਦਾ ਉਹ ਮਰ ਜਾਂਦਾ ਹੈ। ਉੱਥੇ ਅਸੀਂ ਬਨੌਟੀ ਬੁੱਧੀ ਨਾਲ ਕੰਮ ਕਰਨਾ ਸੀ ਵੀ ਇੱਥੇ ਮਨੁੱਖ ਨੂੰ ਨਾ ਜਾਣਾ ਪਵੇ। ਬੜੇ ਦੁਰਗਮ ਜੰਗਲ ਨੇ, ਉਹਨਾਂ 'ਚ ਅਸੀਂ ਕੁਛ ਕਰਨਾ ਭਾਲ, ਉੱਥੇ ਬਨੌਟੀ ਬੁੱਧੀ ਲਾਈਏ। ਬੜਾ ਡੂੰਘਾ ਸਮੁੰਦਰ ਹੈ, ਉਹ 'ਚ ਬਨੌਟੀ ਬੁੱਧੀ ਲਾਈਏ। ਅੰਤਰਿਕਸ਼ ਦੇ ਵਿੱਚ ਅਸੀਂ ਖੋਜ ਕਰਨੀ ਹੈ, ਉਹ 'ਚ ਬਨੌਟੀ ਬੁੱਧੀ ਲਾਈਏ। ਕੋਈ ਕੰਮ ਕਰਨਾ, ਉੱਥੇ ਬਨੌਟੀ ਬੁੱਧੀ ਲਾਈਏ। ਕਿਤੇ ਬਹੁਤ ਹੀ ਔਖੇ ਪੁਲ ਬਣਾਉਣੇ ਨੇ, ਹੋਰ ਕਰਨੇ ਨੇ, ਜਿੱਥੇ ਸਮਾਨ ਪਹੁੰਚਾਉਣਾ ਹੀ ਔਖਾ ਹੈ, ਉੱਥੇ ਬਨੌਟੀ ਬੁੱਧੀ ਨੂੰ ਵਰਤ ਲਈਏ। ਪਰ ਅਸੀਂ ਬਨੌਟੀ ਬੁੱਧੀ ਕਿਵੇਂ ਵਰਤਣੀ ਸ਼ੁਰੂ ਕਰਤੀ? ਤੁਹਾਡਾ ਕਾਰਡ ਬਣਾਉਣਾ, ਉੱਥੇ ਬਨੌਟੀ ਬੁੱਧੀ ਹੈ ਜੀ। ਆਧਾਰ ਕਾਰਡ ਬਣਨਾ ਆਟੋਮੈਟਿਕ, ਤੁਹਾਡਾ ਰਾਸ਼ਨ ਕਾਰਡ ਬਣਨਾ ਆਟੋਮੈਟਿਕ। ਹਸਪਤਾਲ 'ਚ ਪਰਚੀਆਂ ਵੀ ਕਹਿੰਦੇ ਸਮਾਰਟ ਪਰਚੀ ਬਣਾਤੀ, ਸਮਾਰਟ RC ਬਣਾਤੀ ਆ। ਜਿਹੜਾ ਡਰਾਈਵਿੰਗ ਲਾਇਸੈਂਸ ਤੇ ਉਹ ਗੱਡੀ ਦੀ ਲਾਇਸੈਂਸ ਹੈ, ਉਹ ਦੋਨੇ ਸਮਾਰਟ। ਅਸੀਂ ਜਿੱਥੇ ਲੋੜ ਨਹੀਂ ਸੀ ਉੱਥੇ ਸਮਾਰਟ ਕਹਤਾ, ਜਿੱਥੇ ਲੋੜ ਸੀ ਉੱਥੇ ਸਮਾਰਟ ਲਾਇਆ ਨਹੀਂ। ਇਸ ਕਰਕੇ ਅਸੀਂ ਉਲਟਾ ਕੰਮ ਕਰਤਾ, ਉਲਟੇ ਬਾਂਸ ਬਰੇਲੀ ਨੂੰ, ਉਲਟੀ ਗੰਗਾ ਪਹੋਏ ਨੂੰ ਅਸੀਂ ਕਰਤੀ, ਜਿਹਦੇ ਕਰਕੇ ਸਾਡੇ ਕੋਲੇ ਕਿਰਤ ਜਿਹੜੀ ਹੈ ਪੰਜਾਬ 'ਚ ਬਹੁਤ ਜ਼ਿਆਦਾ ਘੱਟ ਗਈ। ਹੁਣ ਤੁਸੀਂ ਆਪਦਾ ਸਵਾਲ ਕਰ ਲਓ, ਫਿਰ ਮੈਂ ਅਗਲੀ ਗੱਲ ਕਰਾਂ। ਡਾਕਟਰ ਸਾਹਿਬ, ਤੁਸੀਂ ਬੜਾ ਸੋਹਣੇ ਢੰਗ ਨਾਲ ਦੱਸਿਆ, ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਹੈ, ਪਰ ਇਹਦੇ ਲਈ ਦਿਸ਼ਾ ਦੇਣ ਲਈ ਜਿਹੜੇ ਨੌਜਵਾਨ ਨੇ ਸਾਡੇ ਪੰਜਾਬ ਦੇ, ਲੱਖਾਂ ਨੌਜਵਾਨ ਤੁਸੀਂ ਗੱਲ ਕੀਤੀ ਹੈ, ਬੇਰੁਜ਼ਗਾਰ ਨੇ, ਪੜ੍ਹੇ ਲਿਖੇ ਨੇ, ਤੇ ਉਹ ਜਿਵੇਂ MBA ਤੱਕ ਦੇ ਮੁੰਡੇ 10-10 ਹਜ਼ਾਰ ਰੁਪਏ ਤੱਕ ਦੇ ਉੱਤੇ ਦਿਹਾੜੀ ਵੀ ਕਰ ਰਹੇ ਨੇ। ਜਦੋਂ ਤੁਸੀਂ ਇੰਨੀਆਂ ਡਿਗਰੀਆਂ ਕਰਕੇ ਇੰਨੇ ਪੈਸੇ ਲਾਏ ਨੇ, BTech ਪੜ੍ਹੇ ਲਿਖੇ ਮੁੰਡੇ ਨੇ, ਹੋਰ ਨੇ, ਸਾਰੇ ਫੀਲਡਾਂ ਦੇ ਵਿੱਚ ਪੜ੍ਹੇ ਲਿਖੇ ਨੇ, ਤੇ ਉਹਨਾਂ ਨੂੰ ਸਰਕਾਰਾਂ ਲਾਰੇ ਲਾ ਕੇ ਆਪਣੇ ਚੁੰਗਲ 'ਚ ਵਸਾ ਲੈਂਦੀਆਂ ਨੇ, ਬਜਾਏ ਕਿ ਉਹਨਾਂ ਨੂੰ ਕੋਈ ਦਿਸ਼ਾ ਦੇਣ ਦੇ। ਹੁਣ ਪਿਛਲੀ ਸਰਕਾਰ ਨੇ, ਜਿਹੜੀ ਹੁਣ ਮੌਜੂਦਾ ਸਰਕਾਰ ਵੀ ਚੱਲ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰ ਸਾਬਕਾ ਮੁੱਖ ਮੰਤਰੀ ਰਹੇ ਉਸ ਟਾਈਮ, ਹੁਣ ਰਿਟਾਇਰ ਮੰਗੂ ਹੀ ਹੋ ਗਏ ਨੇ, ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ। ਇਹ ਸਾਰੇ ਹੀ ਲੀਡਰ ਜਿਹੜੇ ਨੇ ਇਹ ਵਾਅਦੇ ਹੀ ਕਰਦੇ ਆ ਵੀ ਅਸੀਂ ਕਰ ਨੌਕਰੀ ਦੇ ਦਿਆਂਗੇ ਜੀ। ਲੋਕਾਂ, ਨੌਜਵਾਨਾਂ ਦਾ ਧਿਆਨ ਹੋ ਗਿਆ ਵੀ ਸਰਕਾਰ ਕਰ ਨੌਕਰੀ ਦੇਊਗੀ ਜੀ, ਫਾਰਮ ਭਰਾ ਲਏ, ਤੁਹਾਨੂੰ ਵਾਅਦੇ ਕਰ ਲਏ, ਨੌਕਰੀਆਂ ਦਿੱਤੀਆਂ ਨਹੀਂ। 4.5 ਸਾਲ ਤਾਂ ਕੈਪਟਨ ਅਮਰਿੰਦਰ ਸਿੰਘ ਆਪਦੇ ਮਹਿਲ ਚੋਂ ਨਹੀਂ ਨਿਕਲੇ, ਤੇ ਮੁੱਖ ਮੰਤਰੀ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਤੇ ਦੋਸ਼ ਲੱਗਦੇ ਰਹੇ ਕਿ ਉਹ ਨਿਭਾ ਨਹੀਂ ਸਕੇ। ਤੇ ਨੌਜਵਾਨ ਕਿੱਧਰ ਨੂੰ ਜਾਊਗਾ? ਨੌਜਵਾਨਾਂ ਨੂੰ ਇੱਕ ਦਿਸ਼ਾ ਜਿਹੜੀ ਦੇਣੀ ਸੀ ਰੁਜ਼ਗਾਰ ਦੇ ਵੱਲ ਲੈ ਕੇ ਜਾਣ ਦੀ, ਇਹ ਸ਼ਕਤੀ ਆ ਪੰਜਾਬ ਦੇ ਨੌਜਵਾਨਾਂ ਕੋਲ, ਇੱਕ એનર્ਜੀ ਆ ਜਿਹੜੀ ਕਿ ਨੂੰ ਵਰਤਣਾ ਸਾਡੀਆਂ ਸਰਕਾਰਾਂ ਨੇ ਸਿਸਟਮ ਬਣਾਉਣੇ ਨੇ। ਦੇਖੋ ਗੱਲ ਇਹ ਹੈ ਵੀ ਅਸੀਂ ਬਚਪਨ ਤੋਂ ਸੁਣਦੇ ਵੀ ਆਏ ਹਾਂ, ਕਰਦੇ ਵੀ ਆਏ ਹਾਂ ਕਿ ਜਿਹੜੀ ਟੀਨਏਜਰ ਨੇ, ਜਾਨੀ ਕਿ 13, 14, 15, ਇਹਨਾਂ 'ਚ ਬੜੀ ਊਰਜਾ ਹੁੰਦੀ ਹੈ, ਪਰ ਉਹ ਸਿੱਖਣ ਦਾ ਸਮਾਂ ਵੀ ਹੁੰਦਾ ਹੈ। ਅਸੀਂ ਉਹ ਸਿੱਖਣ ਦਾ ਸਮਾਂ ਉਹਨਾਂ ਦਾ ਗਵਾਤਾ, ਅਸੀਂ ਉਹਨਾਂ ਨੂੰ ਵੀ ਰੋਬੋਟ ਬਣਾਤਾ। ਦੂਜਾ, ਅਸੀਂ ਜਿਹੜਾ ਮੈਂ ਦੱਸਿਆ ਵੀ ਇੱਕ ਬੜਾ ਵੱਡਾ ਪਾੜਾ ਪਾਤਾ, ਸਰਕਾਰੀ ਨੌਕਰੀ 'ਚ 20 ਗੁਣਾ ਪੈਸੇ, 15 ਗੁਣਾ ਪੈਸੇ, ਪ੍ਰਾਈਵੇਟ 'ਚ ਘੱਟ, ਤੇ ਖੇਤੀ 'ਚ ਉਦੋਂ ਵੀ ਘੱਟ, ਇੰਡਸਟਰੀ 'ਚ ਉਸ ਤੋਂ ਵੀ ਘੱਟ। ਉਹਦੇ ਨਾਲ ਲੋਕਾਂ ਦਾ ਜਿਹੜਾ ਰੁਝਾਨ ਹੋ ਗਿਆ, ਉਹ ਇਹ ਹੋ ਗਿਆ ਵੀ ਮੈਨੂੰ ਤਾਂ ਸਰਕਾਰੀ ਨੌਕਰੀ ਮਿਲੇ। ਫਿਰ ਅਸੀਂ ਕੀ ਕਰਤਾ ਜੀ? ਫਿਰ ਅੱਗੇ ਅਸੀਂ ਇਹ ਕਰਤਾ ਵੀ ਸਰਕਾਰੀ ਨੌਕਰੀ ਕੋਈ ਜ਼ਿੰਮੇਵਾਰੀ ਨਹੀਂ, ਕੰਮ ਕਰੇ ਨਾ ਕਰੇ, ਰਿਸ਼ਵਤ ਲਵੇ, ਗਲਤ ਕੰਮ ਕਰਦੇ, ਕੰਮ ਆਉਂਦਾ ਹੋਵੇ ਨਾ ਆਉਂਦਾ ਹੋਵੇ, ਕੋਈ ਨਹੀਂ ਪੁੱਛਣ ਵਾਲਾ। ਆ ਕੱਢ ਲਓ ਪੰਜਾਬ ਸਰਕਾਰ ਦਾ ਵੀ ਕਦੇ ਅੱਜ ਤੱਕ ਇਸ ਕਰਕੇ ਬੰਦਾ ਡਿਸਮਿਸ ਹੋਇਆ ਹੋਵੇ ਇਹਨੂੰ ਕੰਮ ਨਹੀਂ ਆਉਂਦਾ ਜੀ, ਕਿਉਂਕਿ ਇਮਤਿਹਾਨ ਵੀ ਨਕਲਾਂ ਮਾਰ ਕੇ ਪਾਸ ਹੋਣ ਲੱਗ ਗਏ ਜੀ। ਝੂਠੀਆਂ ਡਿਗਰੀਆਂ, ਝੂਠੇ ਬੰਦੇ, ਆ ਹੁਣੀ ਆ ਪੇਪਰ ਹੋਇਆ ਸੀ ਉਹਦੀ, ਤੁਹਾਨੂੰ ਪਤਾ ਹੈ SI ਵਾਲਾ, ਤੇ ਉਹਦੇ ਵਿੱਚ ਦੂਜੇ ਬੰਦੇ ਬਹਿ ਗਏ ਸੀ। ਮੈਂ ਆਪ ਰਜਿਸਟਰ ਹਾਂ ਯੂਨੀਵਰਸਿਟੀ ਦਾ, ਉੱਥੇ MBA ਦੇ ਦਾਖਲੇ ਵਾਸਤੇ ਦੂਜੇ ਬੰਦੇ ਬਹਿ ਗਏ, 27 ਬੰਦੇ ਅਸੀਂ ਫੜੇ। ਕਈ ਬਾਹਰਲੇ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਯੂਨੀਵਰਸਿਟੀਆਂ ਖੁੱਲ ਗਈਆਂ ਜਿੱਥੋਂ ਝੂਠੀਆਂ ਡਿਗਰੀਆਂ ਉਹੀ ਬਿਨਾਂ ਕਾਗਜ਼ੀ। ਸੋ ਜਿਹਦੇ ਕਰਕੇ ਸਾਡਾ ਇੱਕ ਤਾਂ ਰੁਝਾਨ ਅਸੀਂ ਗਲਤ ਪਾਸੇ ਤੋਰਤਾ, ਸਰਕਾਰੀ ਨੌਕਰੀ ਹੀ ਨੌਕਰੀ ਆ, ਬਾਕੀ ਕੋਈ ਕੰਮ ਹੀ ਨਹੀਂ ਹੈ। ਦੂਜਾ, ਅਸੀਂ ਜਿਹੜਾ ਬਾਕੀ ਕੰਮ ਹੈ, ਇੱਕ ਤੀਜਾ ਪਾਰਟ ਮੈਂ ਕੰਮ ਦਾ ਨਹੀਂ ਦੱਸਿਆ, ਜਿਹੜਾ ਸੈਲਫ ਇੰਪਲਾਇਮੈਂਟ ਹੈ। ਕੋਈ ਰੇਹੜੀ ਲਾਉਂਦਾ, ਕੋਈ ਰਿਕਸ਼ਾ ਚਲਾਉਂਦਾ, ਕੋਈ ਕੁਛ ਕਰਦਾ, ਕੋਈ ਟੈਂਪੂ ਚਲਾਉਂਦਾ, ਕੋਈ ਟੈਕਸੀ ਚਲਾਉਂਦਾ, ਕੋਈ ਛੋਟੀ ਮੋਟੀ ਦੁਕਾਨ ਖੋਲੀ ਹੋਈ ਹੈ, ਕੋਈ ਛੋਟਾ ਮੋਟਾ ਉਹਨੇ ਆਪਣਾ ਕੰਪਿਊਟਰ ਸੈਂਟਰ ਖੋਲਿਆ ਹੋਇਆ। ਇਹ ਜੋਬ ਇੱਜ਼ਤਦਾਰ ਜੋਬ ਨੇ। ਪਰ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਥੋਂ ਤੱਕ ਕਹਿਤਾ ਵੀ ਜਿਹੜਾ ਪਕੌੜੇ ਵੇਚਣਾ ਉਹ ਵੀ ਜੋਬ ਹੈ। ਠੀਕ ਹੈ, ਪਕੌੜੇ ਵੇਚਣਾ ਇੱਕ ਜੋਬ ਹੈ, ਪਰ ਜੇ ਤੁਸੀਂ ਕਿਸੇ ਨੂੰ M.Tech ਕਰਕੇ ਜਾਂ MBA ਕਰਕੇ ਕਹੋਗੇ ਪਕੌੜੇ ਵੇਚ, ਫਿਰ ਤੁਸੀਂ MBA ਕਦੇ ਬਸ ਕਰੀਏ, ਉਹ ਤਾਂ ਪਹਿਲਾਂ ਹੀ ਕਰ ਲੈਂਦਾ। ਬਿਲਕੁਲ, ਫਿਰ ਤੁਸੀਂ ਆ ਪੜ੍ਹਾਈਆਂ ਤੇ ਇਹਨਾਂ ਨੂੰ ਕਿਉਂ ਲਾਇਆ? ਤੁਸੀਂ ਉਹਦਾ ਇਹੀ ਹਾਲ ਕਰਨਾ ਵੀ ਉੜਕ ਬੇਟਾ ਮੂਲੇ ਤਾਂ ਹੱਟੀ ਬਹਿਣਾ, ਤੇ ਫਿਰ ਉਹ ਪਹਿਲਾਂ ਹੀ ਬਹਿ ਜਾਂਦਾ, ਫਿਰ ਕਾਹਨੂੰ ਤੁਸੀਂ ਉਹਨੂੰ ਇੱਥੇ ਇੰਨਾ ਪੜ੍ਹਾਇਆ ਸੀ। ਇਹ ਵੱਡੀ ਗੱਲ ਹੈ। ਜਦ ਸਾਡਾ ਪ੍ਰਧਾਨ ਮੰਤਰੀ ਇਹ ਕਹਿ ਦਿੰਦੇ ਨੇ ਤਾਂ ਉਹ ਤੋਂ ਥੱਲੇ ਇੱਕ ਨੀਚੀ ਤੈਅ ਹੋ ਜਾਂਦੀ ਹੈ ਵੀ ਅੱਛਾ ਇਹਦਾ ਤਾਂ ਮਤਲਬ ਇਹੀ ਹੈ। ਹਾਲਾਂਕਿ ਲੋਕਾਂ ਨੇ ਟੀਚਰਾਂ ਵੀ ਕਰੀਆਂ। ਬਿਲਕੁਲ। ਹੁਣ ਇਹ ਸਾਡਾ ਦੂਜਾ ਹੋ ਗਿਆ ਦੁਖਾਂਤ ਕਿ ਅਸੀਂ ਡਿਗਰੀਆਂ, ਕਿਉਂਕਿ ਡਿਗਰੀਆਂ ਕਿਉਂ ਦੇਣੀਆਂ ਸ਼ੁਰੂ ਕਰਤੀਆਂ ਜੀ ਡਾਕਟਰ ਸਾਹਿਬ? ਸਾਨੂੰ ਟ੍ਰੇਨਿੰਗ ਉਨੀ ਦੇਣੀ ਚਾਹੀਦੀ ਹੈ ਜਿੰਨੀ ਲੋੜ ਹੈ। ਬਾਕੀ ਇੱਕ ਪੱਧਰ ਤੱਕ ਦੀ ਪੜ੍ਹਾਈ ਹਰੇਕ ਨੂੰ ਕਰਾਓ,
ਉਸ ਤੋਂ ਬਾਅਦ ਟ੍ਰੇਨਿੰਗ ਜਾਂ ਕੋਈ ਮੈਨ ਪਾਵਰ ਉਸ ਤਰ੍ਹਾਂ ਦੀ ਪ੍ਰੋਡਿਊਸ ਕਰੋ ਜਿਹਦੀ ਲੋੜ ਹੈ। ਬਾਕੀਆਂ ਨੂੰ ਤੁਸੀਂ ਕੰਮ ਚਲਾਓ, ਕਿੱਤੇ ਚਲਾਓ, ਕਿਉਂਕਿ ਅਸੀਂ ਕਿੱਤੇ ਚਲਾਉਣਾ ਨਹੀਂ, ਅਸੀਂ ਪ੍ਰਾਈਵੇਟ ਨੂੰ ਵਧਾਵਾ ਦੇਣਾ ਹੈ। ਉਹਨੂੰ ਗਾਹਾਂ ਵੀ ਚਾਹੇ ਜ਼ਮੀਨ ਵੇਚ ਕੇ MBA ਕਰੇ, ਕੋਈ ਇੰਜੀਨੀਅਰਿੰਗ ਕਰੇ, ਕੋਈ ਡੈਂਟਲ ਦੇ ਇੰਨੇ ਕਾਲਜ ਖੋਲ੍ਹਤੇ ਪੰਜਾਬ ਸਰਕਾਰ ਨੇ ਜੀ। ਉਹਨਾਂ ਕੋਲੇ ਨਾ ਹਸਪਤਾਲ, ਨਾ ਉਹਨਾਂ ਦੀ ਕੋਈ ਟ੍ਰੇਨਿੰਗ। ਕਿੰਨੇ ਲੋਕ ਨੇ ਜਿਹੜੇ BDS ਕਰੀ ਹੋਈ ਆ, ਦੰਦ ਨਹੀਂ ਕੱਢਣਾ ਆਉਂਦਾ। ਠੀਕ ਹੈ ਜੀ। ਸੋ ਇਹ ਕਿਉਂ ਕਰਤਾ? ਕਿਉਂਕਿ ਅਸੀਂ ਪੈਸੇ ਇੰਜੀਨੀਅਰਿੰਗ ਵਾਲੇ ਮਸ਼ਹੂਰ ਹੋ ਗਏ ਸੀ। PTU ਨੇ ਤਾਂ ਨਾ ਹਰੇਕ ਘਰ 'ਚ ਇੰਜੀਨੀਅਰ ਖੜਾ ਕਰਤਾ। ਉਹ 10,000 ਜੋ ਤੁਸੀਂ ਕਿਹਾ 5-5 ਦੇ ਕਾਰਡ ਸੈਂਟਰਾਂ 'ਤੇ 10,000 ਤੇ ਕੰਮ ਕਰਦੇ ਨੇ। ਮੈਨੂੰ ਤਾਂ ਲੱਗਦਾ ਹੁਣ ਜਿਹੜਾ ਜਮੈਟੋ ਵਾਲਾ ਨਾ, ਉਹ 'ਚ ਵੀ ਉਹੀ ਕੰਮ ਕਰਨਗੇ। ਬਿਲਕੁਲ। ਕਿਰਤ ਦੀ ਜਿਹੜੀ ਵੈਲਿਊ ਸੀ ਉਹ ਅਸੀਂ ਖਤਮ ਕਰਤੀ। ਵਿਹਲੜਾਂ ਨੂੰ ਅਸੀਂ ਪੈਸੇ ਦੇਣੇ ਸ਼ੁਰੂ ਕਰਤੇ। ਹੁਣ ਮੈਂ ਤਾਂ ਬੜੇ ਲੋਕ ਮੈਨੂੰ ਇਹ ਕਹਿੰਦੇ ਨੇ ਵੀ ਇਹ ਕੀ ਕਰੀ ਜਾਂਦਾ ਹੈ। ਮੈਂ ਇਹ ਸਪਸ਼ਟ ਕਹਿਣ ਨੂੰ ਤਿਆਰ ਹਾਂ ਵੀ ਸਰਕਾਰ ਦਾ ਜਿਹੜਾ ਤੰਤਰ ਉਹ ਵਿਹਲੜ ਪੈਦਾ ਕਰਤਾ, ਕਰਪਟ ਪੈਦਾ ਕਰਤਾ, ਨਲਾਇਕ ਪੈਦਾ ਕਰਤਾ। ਵਿਹਲੜ ਹੈ, ਨਲਾਇਕ ਹੈ, ਕਰਪਟ ਹੈ, ਔਰ ਉਹ ਐਰੋਗੈਂਟ ਵੀ ਹੈ, ਹੰਕਾਰੀ ਹੈ। ਕਿਉਂਕਿ ਪੈਸਾ ਤਾਂ ਉਹਦੇ ਕੋਲ ਹੈ। ਗੱਡੀਆਂ ਵੱਡੀਆਂ ਨੇ, ਬਾਹਰ ਸੈਰ ਕਰਨ ਜਾ ਰਿਹਾ ਹੈ, ਬੱਚੇ ਉਹਦੇ ਬਾਹਰ ਨੇ, ਉਹਨੂੰ ਕੋਈ ਚਿੰਤਾ ਨਹੀਂ ਹੈ। ਉਹ ਕਹਿੰਦਾ ਮੈਂ ਰਹਿਣਾ ਕੀ, ਆਪਾਂ ਨੂੰ ਚੰਗਾ ਬਿੱਲੇ ਦੇ ਕੰਨ ਵਰਗੇ ਨੋਟ ਮਿਲਦੇ ਨੇ। ਸੋ ਇਹਦੇ ਨਾਲ ਕਿਰਤ ਨੂੰ ਅਸੀਂ ਤੋੜਤਾ। ਜਿਹੜੇ ਸਾਡੇ ਕੋਲ ਪੈਸੇ ਨੇ ਉਹਦੀ ਜਿਹੜੀ ਨਿਆਂ ਸੰਗਤ ਵੰਡ ਕਰਨੀ ਸੀ ਬਜਟ ਦੀ, ਨੌਕਰੀਆਂ ਵਾਸਤੇ, ਕਿਰਤ ਵਾਸਤੇ, ਉਹ ਅਸੀਂ ਨਹੀਂ ਕਰੀ। ਚਾਹੇ ਟ੍ਰੇਨਿੰਗ ਦੇਣ ਦੇ ਮਾਮਲੇ 'ਚ ਹੈ, ਟ੍ਰੇਨਿੰਗ ਅਸੀਂ ਸਭ ਪ੍ਰਾਈਵੇਟ ਕਰਤੀ, ਬੰਦਾ ਆਪਦੇ ਕੋਲੋਂ ਪੈਸੇ ਖਰਚੇ। ਫਿਰ ਸਰਟੀਫਿਕੇਟ ਲੈ ਕੇ ਆਉਣਾ, ਨੌਕਰੀਆਂ ਸੋ ਕਾਲਡ ਅਸੀਂ ਪ੍ਰਾਈਵੇਟ ਕਰਤੀਆਂ ਵੀ ਅਗਲਾ ਉੱਥੇ ਆਪਦਾ ਧੱਕੇ ਖਾਵੇ, ਲਵੇ ਨਾ ਲਵੇ। ਸੋ ਅਸੀਂ ਸਰਕਾਰ ਦਾ ਜਿਹੜਾ ਪੈਸਾ ਹੈ ਉਹ ਕੁਛ ਕਿਵੇਂ, ਉਹ ਵੀ ਕੀ ਕਰਿਆ, ਉਹ 'ਚ ਵੀ ਮੈਂ ਥੋੜ੍ਹੀ ਜਿਹੀ ਉਦਾਹਰਨ ਦੇਣੀ ਚਾਹਾਂਗਾ ਜੀ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ 2000 ਦੇ ਵਿੱਚ 3,77,000 ਅਸਾਮੀਆਂ ਸੀ। ਠੀਕ ਹੈ ਜੀ। ਜਿਹਦੇ ਵਿੱਚ 3,34,000 ਭਰੀਆਂ ਹੋਈਆਂ ਸੀ। ਠੀਕ ਹੈ ਜੀ। ਹੁਣ ਉਹ ਘੱਟ ਕੇ 3,35,000 ਰਹਿ ਗਈਆਂ ਇੱਕ ਤਾਂ ਜੀ, ਤੇ ਦੂਜੀ ਗੱਲ ਭਰੀਆਂ ਹੋਈਆਂ 2,78,000 ਰਹਿ ਗਈਆਂ। ਠੀਕ ਹੈ ਜੀ। ਸੋ ਜੇ ਅਸੀਂ 20 ਸਾਲਾਂ 'ਚ ਰੁਜ਼ਗਾਰ, ਜਿਹੜੇ 20 ਸਾਲਾਂ 'ਚ ਸਾਡੀ ਆਬਾਦੀ ਹੈ ਉਹ 1.5 ਗੁਣਾ ਹੋ ਗਈ ਜੀ। ਜਿਹੜੀ 2001 ਦੀ ਸੈਂਸਸ ਸੀ ਉਸ ਵਕਤ ਸਾਡੀ ਆਬਾਦੀ ਜਿਹੜੀ ਸੀ ਉਹ ਕਹਿ ਲਓ ਵੀ 2 ਕਰੋੜ ਸੀਗੀ ਜੀ, ਤੇ ਇਸ ਵਕਤ ਉਹ ਸਾਡੀ ਆਬਾਦੀ ਹੈ 2 ਕਰੋੜ 77 ਲੱਖ। ਪਿਛਲੇ 11 'ਚ ਹੁਣ ਤਾਂ ਜ਼ਿਆਦਾ ਹੋ ਗਈ, 3 ਕਰੋੜ ਹੋ ਗਈ। ਸੋ 1.5 ਗੁਣਾ ਸਾਡੀ ਆਬਾਦੀ ਹੋ ਗਈ, ਪਰ ਨੌਕਰੀਆਂ ਸਾਡੀਆਂ ਘੱਟ ਗਈਆਂ ਸਰਕਾਰ 'ਚ ਵੀ ਜੀ, ਕੇਂਦਰ ਸਰਕਾਰ 'ਚ ਵੀ ਘੱਟ ਗਈਆਂ ਜੀ। ਜਿਹੜੇ ਸਾਡੇ ਸੈਮੀ ਗਵਰਨਮੈਂਟ ਅਦਾਰੇ ਨੇ, ਅੱਧ ਸਰਕਾਰੀ ਅਦਾਰੇ, ਬਿਜਲੀ ਬੋਰਡ ਹੈ, ਮਿਊਨਿਸਪਲ ਕਮੇਟੀਆਂ ਨੇ, ਇੰਪਰੂਵਮੈਂਟ ਟਰਸਟ ਨੇ, ਹਾਂਜੀ, ਆ ਕਾਰਪੋਰੇਸ਼ਨਾਂ ਨੇ ਛੋੜੀਆਂ ਵੀ, PSIC, PSIDC, ਹਾਂਜੀ, ਲਘੂ ਉਦਯੋਗ, ਮਾਰਕਫੈਡ ਵਗੈਰਾ, ਇਹਨਾਂ ਦੇ ਵਿੱਚ ਮਾਰਕੀਟਿੰਗ ਕਮੇਟੀਆਂ, ਇਹਨਾਂ 'ਚ ਰੁਜ਼ਗਾਰ ਜਿਹੜਾ ਸੀ 1,48,700 ਅਸਾਮੀਆਂ ਸੀਗੀਆਂ 2000 'ਚ ਜੀ। ਡਾਕਟਰ ਸਾਹਿਬ, ਅੱਜ ਉਹ ਘੱਟ ਕੇ, ਉਹ ਅਸਾਮੀਆਂ ਤਾਂ ਉਨੀਆਂ ਹੀ ਨੇ। ਅੱਜ ਉੱਥੇ ਜਿਹੜੇ ਭਰਤੀ ਆ ਜਿਹੜੀ, ਉਦੋਂ 1,35,000 ਸੀ, ਅੱਜ ਉਹ 84,000 ਬੰਦਾ ਰਹਿ ਗਿਆ ਜੀ। ਤੋਂ ਦੇ ਬਾਈ ਦੇ ਘਟੀ ਜਾਂਦਾ। ਜੇ ਇਹ ਵੀ 2019 ਦੇ ਅੰਕੜੇ ਦੱਸ ਰਿਹਾ, ਜੇ 2021 ਦੇ ਮੈਂ ਲਵਾਂ ਤਾਂ ਸ਼ਾਇਦ 68,000 ਹੀ ਰਹਿ ਗਿਆ। ਉੱਥੇ ਵੀ ਅੱਧੇ ਕਰਤੇ। ਤੁਸੀਂ ਕੰਮ ਰੋਜ਼ ਘਟੀ ਜਾ ਰਿਹਾ, ਪੋਸਟਾਂ ਖਤਮ ਕਰ ਰਹੇ, ਪੋਸਟਾਂ ਖਤਮ ਕਰੀ ਜਾ ਰਹੇ ਹੋ। ਸੋ ਜਦ ਤੁਸੀਂ ਪੋਸਟਾਂ ਖਤਮ ਕਰੀ ਜਾ ਰਹੇ ਹੋ ਤੇ ਕਿਉਂਕਿ ਉੱਥੇ ਪੈਸਾ ਜ਼ਿਆਦਾ ਥੋੜੇ ਬੰਦਿਆਂ ਨੂੰ ਦੇਈ ਜਾਂਦੇ ਨੇ, ਪੈਸੇ ਉਨੇ ਨੇ। ਜੇ ਘਰ ਦੇ ਛਾਬੇ 'ਚ 10 ਰੋਟੀਆਂ ਨੇ, 4 ਬੰਦੇ ਖਾਣ ਵਾਲੇ ਨੇ, ਇੱਕ ਨੂੰ ਤੁਸੀਂ 8 ਦੇਤੀਆਂ, ਫਿਰ ਬਾਕੀ ਨੂੰ ਤਾਂ ਅੱਧੀ ਮਿਲੂਗੀ। ਬਿਲਕੁਲ ਜੀ। ਆ ਜਿਹੜਾ ਝਗੜਾ ਹੈ ਇਹ ਵੱਡਾ ਝਗੜਾ ਹੈ। ਡਾਕਟਰ ਸਾਹਿਬ, ਅੱਧੀ ਚੋਂ ਵੀ ਠੇਕੇਦਾਰਾਂ ਨੂੰ ਦਿੰਦੇ ਆ। ਅਸੀਂ ਨੌਕਰੀਆਂ ਨੂੰ ਹੁਣ ਕੀ ਕਰਤਾ, ਆਊਟਸੋਰਸ, ਇੱਕ ਨਵਾਂ ਹੀ ਲਫ਼ਜ਼ ਕੱਢ ਲਿਆ ਵੀ ਆਊਟਸੋਰਸ ਕਰਦੇ ਹਾਂ ਜੀ ਅਸੀਂ। ਉਹ ਠੇਕੇਦਾਰ ਭਰਤੀ ਕਰਦਾ, ਜੇ ਫਰਜ਼ ਕੋ ਇੱਕ ਮਹਿਕਮਾ ਉਹਨੂੰ 8,000 ਰੁਪਇਆ ਵੀ ਦਿੰਦਾ ਸਰਕਾਰੀ ਨੌਕਰੀ 'ਚ, ਤਾਂ ਠੇਕੇਦਾਰ ਅੱਗੋਂ 6,000 ਹੀ ਦਿੰਦਾ। ਬਿਲਕੁਲ ਡਾਕਟਰ ਸਾਹਿਬ, ਉਹ ਖਾ ਰਿਹਾ। ਆਹ PRTC ਰੋਡਵੇਜ਼ ਦੇ ਵਿੱਚ ਠੇਕੇ ਦੇ ਉੱਤੇ ਆਊਟਸੋਰਸ ਦੇ ਵਿੱਚ ਡਰਾਈਵਰ ਇਹਨਾਂ ਨੇ ਤੇ ਕਨੈਕਟਰ ਕੰਮ ਕਰਦੇ ਨੇ, ਹੋਰ ਕੰਮ ਕਰਦੇ ਨੇ। ਉਹਦੇ ਵਿੱਚ ਉਹ ਕਹਿੰਦੇ ਨੇ ਜੀ ਵੀ ਸਾਡੀ ਅੱਧੀ ਤਨਖਾਹ ਤਾਂ ਉਹੀ ਖਾ ਜਾਂਦੀ। ਹਾਂ, ਹੁਣ ਮੇਰਾ ਸਵਾਲ ਕਿੱਥੇ ਹੈ ਜੀ? ਮੇਰਾ ਸਵਾਲ ਇੱਥੇ ਹੈ ਵੀ ਨਾ ਤਾਂ ਸਾਡਾ ਹੁਕਮਰਾਨ ਇਸ ਗੱਲ ਦੇ ਉੱਤੇ ਚਿੰਤਤ ਹੈ ਕਿ ਮੈਂ ਜਿਹੜਾ ਮਿਨੀਮਮ ਵੇਜ, ਜਿਹੜੀ ਘੱਟੋ ਘੱਟ ਉਜਰਤ ਕਹੀ ਹੈ, ਉਹ ਜਿਹੜਾ ਮਰਜ਼ੀ ਚਾਹੇ ਸਰਕਾਰੀ ਅਦਾਰਾ ਹੈ, ਪਹਿਲਾਂ ਤਾਂ ਸਰਕਾਰ ਤਾਂ ਲਾਗੂ ਕਰੇ ਜੀ। ਰੋਡਵੇਜ਼ 'ਚ ਬੰਦਾ ਲਾ ਲਿਆ, ਕਿਸੇ ਯੂਨੀਵਰਸਿਟੀ 'ਚ ਲਾ ਲਿਆ, ਕਿਸੇ ਕਾਰਪੋਰੇਸ਼ਨ 'ਚ ਲਾ ਲਿਆ, ਕਿਸੇ ਸਰਕਾਰੀ ਅਦਾਰੇ 'ਚ ਲਾ ਲਿਆ, ਉਹਨੂੰ ਘੱਟੋ ਘੱਟ ਜਿਹੜੀ ਤੁਸੀਂ ਨਿਰਧਾਰਿਤ ਕਰੀਏ ਵੀ ਇੰਨਾ ਘੱਟੋ ਘੱਟ ਪੈਸੇ ਦੇਣੇ ਨੇ। ਸਰਕਾਰ 'ਚ ਤਾਂ ਤੁਸੀਂ ਯਕੀਨ ਨਹੀਂ ਬਣਾਓ। ਜੇ ਤੁਸੀਂ ਸਰਕਾਰ 'ਚ ਯਕੀਨ ਨਹੀਂ ਬਣਾ, ਬਾਹਰ ਕਿੱਥੋਂ ਬਣਾ ਦੋਗੇ? ਪ੍ਰਾਈਵੇਟ ਵਾਲਾ ਕਹੂ ਜਨਾਬ ਮੈਨੂੰ ਤਾਂ ਤੁਸੀਂ ਤੰਗ ਕਰੀ ਜਾਂਦੇ ਹੋ, ਆਪ ਤੁਸੀਂ ਉਹਨੇ ਪੈਸੇ ਵੀ ਨਹੀਂ ਦਿੰਦੇ। ਦੂਜੇ ਪਾਸੇ ਮਹਿੰਗਾਈ ਕਿਵੇਂ ਵਧਾਈ ਜਾ ਰਹੇ ਨੇ। ਆਪਾਂ ਦੋਨਾਂ ਗੱਲਾਂ ਨੂੰ ਜਦ ਦੇਖਾਂਗੇ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ, ਟੈਕਸੇਸ਼ਨ ਕਿਵੇਂ ਤੁਸੀਂ ਦੇਖਦੇ ਹੋ। ਜਦ ਮੈਂ ਕੱਲ ਐਵੇਂ ਪੈਟਰੋਲ ਦਾ ਦੇਖ ਰਿਹਾ ਸੀ ਜੀ ਡਾਕਟਰ ਸਾਹਿਬ, ਪੈਟਰੋਲ 9,76,000 ਮੀਟ੍ਰਿਕ ਟਨ ਇੱਕ ਸਾਲ 'ਚ 19-20 'ਚ ਜੀ ਪੰਜਾਬ 'ਚ, ਇਕੱਲੇ ਪੰਜਾਬ 'ਚ
ਅੱਛਾ ਜੀ। ਕਿ ਜਿਹੜਾ ਡੀਜ਼ਲ ਹੈ ਜੀ ਉਹ ਵਿਕਿਆ 34,17,000 ਮੀਟ੍ਰਿਕ ਟਨ। ਜਿਹਨੂੰ ਲੀਟਰਾਂ 'ਚ ਬਦਲੀਏ ਜੀ ਡਾਕਟਰ ਸਾਹਿਬ ਤਾਂ ਉਹ ਬਣ ਜਾਂਦਾ 1 ਕਰੋੜ 30 ਲੱਖ ਕੇ ਕਿੰਨਾ ਪੈਟਰੋਲ ਜਿਹੜਾ ਲੀਟਰ। ਹਾਂ ਜੀ। ਤੇ 1 ਕਰੋੜ 30 ਲੱਖ ਨਹੀਂ ਬਲਕਿ ਮੈਂ ਕਹਾਂਗਾ ਉਹ ਬਣ ਜਾਂਦਾ 13 ਕਰੋੜ ਲੀਟਰ। ਕਿਉਂਕਿ 1300 ਲੀਟਰ 1310 ਲੀਟਰ ਹੁੰਦਾ 1 ਮੀਟ੍ਰਿਕ ਟਨ 'ਚ। ਜੀ ਡਾਕਟਰ ਸਾਹਿਬ। ਇੱਦਾਂ ਹੀ ਜਿਹੜਾ ਹੈਗਾ 1 ਮੀਟ੍ਰਿਕ ਟਨ 'ਚ ਜਿਹੜਾ ਡੀਜ਼ਲ ਹੈ ਉਹ 1202 ਲੀਟਰ ਹੁੰਦਾ ਹੈ। ਜੀ ਡਾਕਟਰ ਸਾਹਿਬ। ਸੋ ਜਦ ਆਪਾਂ ਇਸ ਨੂੰ ਕੈਲਕੂਲੇਟ ਕਰਦੇ ਹਾਂ ਔਰ 50 ਰੁਪਏ ਪੈਟਰੋਲ ਦੇ ਉੱਤੇ ਟੈਕਸ ਹੈ ਕੇਂਦਰ ਤੇ ਸਟੇਟ ਦਾ ਰਲਾ ਕੇ 45 ਰੁਪਏ ਤੇ। ਸੋ ਟੈਕਸ ਤੁਸੀਂ ਵਧਾਈ ਜਾਂਦੇ ਹੋ, ਲੋਕਾਂ ਦੀ ਲੁੱਟ ਤੁਸੀਂ ਕਰੀ ਜਾਂਦੇ ਹੋ, ਰਸੋਈ ਗੈਸ ਤੁਸੀਂ ਵਧਾਈ ਜਾਂਦੇ ਹੋ, ਉਹਨੂੰ ਉਜਰਤ ਤੁਸੀਂ ਦੇ ਨਹੀਂ ਰਹੇ ਮਿਨੀਮਮ ਵੀ। ਦੂਜੇ ਪਾਸੇ ਤੁਸੀਂ ਆਪਾਂ ਕਿਉਂਕਿ ਕਿਰਤ 'ਚ ਆਪਣਾ ਸਵਾਲ ਹੈ ਜੀ। ਦੂਜੇ ਪਾਸੇ ਤੁਸੀਂ ਉਹੀ ਲੁਟਾਈ ਜਾਂਦੇ ਹੋ ਵੀ ਇੰਨੇ ਪੈਸੇ ਹੋਰ ਦੇ ਦਿਓ, ਇੰਨੇ ਹੋਰ ਦੇ ਦਿਓ, ਵੱਡੀਆਂ ਵੱਡੀਆਂ ਇੰਡਸਟਰੀ ਨੂੰ ਰਿਆਇਤਾਂ ਦੇ ਦਿਓ। 25 ਕਰੋੜ 2500 ਕਰੋੜ ਦੇ ਪਰਸੋਂ ਚੌਥੇ ਦੇ ਜਿਹੜੀਆਂ ਰਿਆਇਤਾਂ ਦਿੱਤੀਆਂ ਨੇ ਉਹਨੇ ਰੁਜ਼ਗਾਰ ਤਾਂ ਦੇਣਾ ਪੌਣੇ 4 ਲੱਖ ਜੀ, ਤੇ ਉਹਨੂੰ ਤਾਂ ਤੁਸੀਂ ਰਿਆਇਤਾਂ ਦੇਤੀਆਂ। ਜਿਹਨੇ ਰੁਜ਼ਗਾਰ 21 ਲੱਖ ਦੇਣਾ ਹੈ ਉਹਨੂੰ ਤੁਸੀਂ ਰਿਆਇਤਾਂ ਦੇ ਨਹੀਂ ਰਹੇ। ਜਿਹਨੇ ਕਹਾ 35-36 ਲੱਖ ਦੇਣਾ ਉਹਦੀ ਜ਼ਮੀਨ ਖੋ ਰਹੇ ਹੋ। ਫਰਕ ਦੇਖੋ। ਬਿਲਕੁਲ ਜੀ ਬਿਲਕੁਲ। ਡਾਕਟਰ ਸਾਹਿਬ ਇਹ ਜਿਹੜਾ ਵਰਤਾਰਾ ਹੈ ਹਾਂਜੀ, ਕਿਉਂਕਿ ਲੋਕ ਹੁਣ ਸਵਾਲ ਪੁੱਛਣਗੇ ਨਾ, ਅਸੀਂ ਸਾਡਾ ਕੰਮ ਹੈ ਲੋਕਾਂ ਨੂੰ ਜਾਗਰੂਕ ਕਰਨਾ ਕਿ ਜੋ ਲੀਡਰ ਤੁਹਾਡੇ ਨਾਲ ਵਾਅਦੇ ਕਰਦੇ ਨੇ ਪੁੱਛੋ ਉਹਨਾਂ ਨੂੰ ਖੜਾ ਕੇ। ਜਿਵੇਂ ਕਿਸਾਨਾਂ ਨੇ ਇੱਕ ਵਧੀਆ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ, ਪਿੰਡਾਂ ਦੇ ਵਿੱਚ ਲੋਕ ਪੁੱਛ ਸਵਾਲ ਕਰਦੇ ਨੇ ਕਿਸਾਨ ਵੀ ਤੁਸੀਂ ਭਾਈ ਕੀਤਾ ਕੀ ਹੈ। ਉਧਰ ਬੀਜੇਪੀ ਵਾਲਿਆਂ ਨੂੰ ਤਾਂ ਵੜਨਾ ਹੀ ਬੰਦ ਕਰਤਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ। ਕਿਸਾਨਾਂ ਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਮੋਰਚੇ ਖੋਲ੍ਹਤੇ, ਸ਼ਹਿਰਾਂ ਦੇ ਵਿੱਚ ਵੀ ਹੋ ਗਿਆ। ਇਹ ਸਾਰਾ ਝੂਠ ਜਿੰਨਾ ਇਹ ਪਲੰਦਾ ਇਕੱਠਾ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਉਹ ਤਾਂ ਸਮਝ ਨਹੀਂ ਆਉਂਦੀ ਜੀ ਵੀ ਇੰਨੇ ਸਾਡੇ ਕੋਲ એનર્ਜੀ ਹੈ ਯੂਥ ਦੀ। ਪੰਜਾਬ ਦਾ ਨੌਜਵਾਨ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਗੱਡੀ ਜਾਂਦਾ ਹੈ। ਮਤਲਬ ਸਾਡੀ ਸਾਰੀ ਜਿਹੜੀ ਕਮਾਈ ਹੈ, ਸਾਡੇ ਸਾਰੇ ਪੰਜਾਬ ਦੀ ਪ੍ਰਾਪਰਟੀ ਹੈ, ਉਹ ਤਾਂ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੀ ਆ। ਜਿਹੜੇ ਗੋਰਿਆਂ ਨੂੰ ਅਸੀਂ ਇੱਥੋਂ ਕੱਢਿਆ ਸੀ, ਸਾਨੂੰ ਉਹਨਾਂ ਗੋਰਿਆਂ ਦੇ ਮੁਲਕਾਂ ਦੇ ਵਿੱਚ ਜਾ ਕੇ ਸਾਡੇ ਨੌਜਵਾਨਾਂ ਸਾਡਾ ਜਿਹੜੀ એનર્ਜੀ ਆ ਯੂਥ ਦੀ ਉਹ ਤਾਂ ਕੋਈ ਹੋਰ ਵਰਤ ਰਿਹਾ। ਇਹਦੇ ਵਿੱਚ ਇੱਕ ਵੱਡੀ ਸਮੱਸਿਆ ਕਿੱਥੇ ਹੈ ਜੀ? ਵੱਡੀ ਸਮੱਸਿਆ ਇੱਕ ਬਹੁਤ ਜ਼ਿਆਦਾ ਮੈਂ ਕਹਾਂਗਾ ਬੜੀ ਸੋਚ ਵਾਲਾ ਪ੍ਰੋਗਰਾਮ ਸੀ ਉਹ ਜੀ ਡਾਕਟਰ। ਪੂਰੀ ਦੁਨੀਆ ਦੇ ਅਰਥ ਸ਼ਾਸਤਰੀ ਉਹਨੂੰ ਮੰਨਦੇ ਨੇ ਜੀ। ਉਹ ਸੀ ਨਰੇਗਾ ਪ੍ਰੋਗਰਾਮ ਜੀ। ਉਹ ਨਰੇਗਾ ਪਹਿਲਾਂ ਕਹਿੰਦੇ ਸੀ ਮਹਾਤਮਾ ਗਾਂਧੀ ਜੀ ਰੁਜ਼ਗਾਰ ਗਰੰਟੀ। ਉਹ ਰੂਰਲ ਏਰੀਆ ਦੇ ਵਿੱਚ ਜਿਵੇਂ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 36 ਲੱਖ ਜੌਬ ਕਾਰਡ ਬਣਨੇ ਸੀ ਜੀ ਡਾਕਟਰ ਸਾਹਿਬ। 36 ਲੱਖ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਮਿਲਣਾ ਸੀ ਜੀ ਡਾਕਟਰ ਸਾਹਿਬ। ਉਹ 100 ਦਿਨ ਦੇ ਰੁਜ਼ਗਾਰ ਨਾਲ ਉਹ 36 ਲੱਖ ਲੋਕ ਉਹ ਹੋਣਾ ਸੀ ਪਿੰਡਾਂ ਦਾ ਜੀ, ਜਿਨ੍ਹਾਂ ਕੋਲੇ ਕੁਛ ਕਹਿ ਲਓ ਵਿੱਚੋਂ 2-3 ਲੱਖ ਨੇ ਤਾਂ ਉਹ ਜੌਬ ਕਰਨਾ ਹੀ ਨਹੀਂ ਸੀ, ਜ਼ਮੀਨ ਵੱਡੀ ਹੈਗੀ ਹੈ। ਬਾਕੀ 33 ਲੱਖ ਉਹ ਸੀ ਜਿਹਨੇ ਆਪਦੀ ਆਈ ਚਲਾਉਣੀ ਸੀ, ਉਹ ਪੈਸੇ ਲੈ ਕੇ ਵਰਤਣੇ ਸੀ। ਮੈਂ ਛੋਟਾ ਜਿਹਾ ਇਹਨੂੰ ਰੁਜ਼ਗਾਰ ਨੂੰ ਇਸ ਤਰੀਕੇ ਹਾਂਜੀ ਕਿਉਂਕਿ ਸਮੇਂ ਦੀ ਥੋੜੀ ਹਾਂ ਮੈਂ ਖਤਮ ਕਰ ਰਿਹਾ ਜੀ ਡਾਕਟਰ ਸਾਹਿਬ। 33 ਲੱਖ ਰੁਜ਼ਗਾਰ ਜਿਹੜਾ ਮਿਲ ਜਾਣਾ ਸੀ ਉਹ ਦਿੱਤਾ ਹੀ ਨਹੀਂ। ਕਾਰਡ ਬਣਾਏ ਨੇ 20 ਲੱਖ, ਐਕਟਿਵ ਕਾਰਡ ਨੇ 10 ਲੱਖ ਤੇ ਹੁਣ ਤੱਕ ਮੈਂ ਮਨਰੇਗਾ ਦਾ ਦੇਖ ਰਿਹਾ ਸੀ, ਹੁਣ ਤੱਕ ਜਿਹੜਾ ਰੁਜ਼ਗਾਰ ਦਿੱਤਾ ਹੈ ਪੂਰੇ ਦਾ ਪੂਰੇ ਕਹਿੰਦੇ ਨੇ ਜਿਹੜਾ ਉਹ ਤਾਂ ਕੁਝ ਹਜ਼ਾਰ ਘਰਾਂ ਨੂੰ ਦਿੱਤਾ। ਸੋ ਜਦ ਤੁਸੀਂ ਇਹ ਰੁਜ਼ਗਾਰ ਦੇਣਾ ਹੀ ਨਹੀਂ ਜੀ, ਜਿਹੜਾ ਤੁਹਾਨੂੰ ਕੇਂਦਰ ਤੋਂ ਪੈਸਾ ਆਉਣਾ ਹੈ, ਤੁਸੀਂ ਸਿਰਫ ਜਿਹੜਾ ਉਹਦੇ ਵਿੱਚ ਕਾਰਡ ਹੀ ਬਣਾਉਣੇ ਨੇ ਜੀ। ਹਾਂ ਮਟੀਰੀਅਲ ਕਾਸਟ ਦੇ ਵਿੱਚ 25% ਪੈਸੇ ਲਾਉਣੇ ਨੇ, ਬਾਕੀ ਸਾਰਾ ਪੈਸਾ ਉੱਥੋਂ ਆਉਣਾ। ਬਿਲਕੁਲ ਜੀ। ਇਹਨਾਂ ਨੇ ਜਿਹੜਾ ਤੁਸੀਂ ਸਿਆਸਤਦਾਨਾਂ ਦਾ ਕਿਹਾ ਜੀ ਡਾਕਟਰ ਸਾਹਿਬ, ਸਿਆਸਤਦਾਨਾਂ ਨੇ ਕਿਹਾ 36 ਲੱਖ ਰੁਜ਼ਗਾਰ 33 ਲੱਖ ਰੁਜ਼ਗਾਰ ਮਿਲ। ਜੇ ਮੈਂ 3 ਲੱਖ ਕਹਿਣਾ ਹਰ ਸਾਲ ਤਾਂ 11 ਸਾਲਾਂ ਦਾ ਪੂਰਾ ਹੋ ਗਿਆ ਸੀ ਜੀ ਡਾਕਟਰ ਸਾਹਿਬ। ਉਹ ਕਰਿਆ ਨਹੀਂ ਜੀ। ਕਾਂਗਰਸੀਆਂ ਨੇ ਕਿਹਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ ਜੀ ਡਾਕਟਰ ਸਾਹਿਬ। ਅਕਾਲੀਆਂ ਨੇ ਕਿਹਾ ਸੀ 25 ਲੱਖ ਨੂੰ ਰੁਜ਼ਗਾਰ ਦੇਵਾਂਗੇ ਜੀ ਡਾਕਟਰ ਸਾਹਿਬ। ਆਪ ਨੇ ਕਿਹਾ ਸੀ 20 ਲੱਖ ਨੂੰ ਰੁਜ਼ਗਾਰ ਦੇਵਾਂਗੇ ਜੀ। 10 ਸੈਸ਼ਨ ਹੋ ਚੁੱਕੇ ਅਸੈਂਬਲੀ ਦੇ ਜੀ, ਕਿਸੇ ਨੇ ਉੱਥੇ ਬਲੂ ਪ੍ਰਿੰਟ ਨਹੀਂ ਪੇਸ਼ ਕਰਿਆ। ਕਾਂਗਰਸ ਨੇ 56 ਲੱਖ ਦੇਣ ਦਾ ਕੋਈ ਮਤਲਬ ਹੀ ਨਹੀਂ। 28 ਲੱਖ ਤਾਂ 33 ਲੱਖ ਤਾਂ ਹੀ ਦਿੱਤਾ ਜਾ ਸਕਦਾ ਸੀ। ਉਹ ਤਾਂ ਕਹਿੰਦੇ ਜੀ ਅਸੀਂ ਬਹੁਤ 98% ਵਾਅਦੇ ਕਰਤੇ। ਬਹੁਤ ਕੁਛ ਹੈ ਨਾ, ਉਹ ਤਾਂ ਸਭ ਦੇ ਸਾਹਮਣੇ। 75,000 ਨੂੰ ਵਾਈਟ ਕਾਲਰ ਜੌਬ ਇਹਦੇ ਚ ਮਿਲਣਾ ਸੀ ਕਿਉਂਕਿ ਮੇਟ ਲੱਗਣੇ ਸੀ, ਜੇਈ ਲੱਗਣੇ ਸੀ, ਉਹਦੇ ਚ ਡਾਟਾ ਐਂਟਰੀ ਮਹਿਕਮੇ ਚ ਪੋਸਟਾਂ ਅਬੋਲਿਸ਼ ਹੋਈ ਜਾਂਦੀਆਂ ਨੇ ਤੇ ਇਹ ਜਿਹੜੇ ਕੱਲੇ ਮਨਰੇਗਾ ਦੇ ਅੰਡਰ ਲੱਗਣੇ ਸੀ ਜੀ ਡਾਕਟਰ ਸਾਹਿਬ। ਪਾਣੀ ਬਦਲਾਅ ਹੋ ਜਾਣਾ ਸੀ, ਪੇੜ ਲੱਗ ਜਾਣੇ ਸੀ ਪਿੰਡਾਂ ਚ, ਟੋਬੇ ਸਾਫ਼ ਹੋ ਜਾਣੇ ਸੀ, ਆਂਗਣਵਾੜੀਆਂ ਦੇ ਸੈਂਟਰ ਬਣ ਜਾਣੇ ਸੀ, ਸਕੂਲਾਂ ਦੀਆਂ 4 ਦੀਵਾਰੀਆਂ ਬਣ ਜਾਣੀਆਂ ਸੀ, ਉੱਥੇ ਬਾਥਰੂਮ ਬਣ ਜਾਣੇ ਸੀ, ਮੜੀਆਂ ਦੇ ਵਿੱਚ ਬੈਠਣ ਦੇ ਬੈਂਚ ਬਣ ਜਾਣੇ ਸੀ। ਸੋ ਸਭ ਕੁਝ ਹੋ ਜਾਣਾ ਸੀ। ਇਹ ਨਹੀਂ ਕਰਿਆ। ਪਰ ਅਕਾਲੀਆਂ ਨੇ ਦੱਸਿਆ ਵੀ ਅਸੀਂ 25 ਲੱਖ ਦਾ ਅਸੀਂ ਦੇ ਦੇਣਾ ਸੀ, ਏਦਾਂ ਤੁਸੀਂ ਤਾਂ 56 ਲੱਖ ਕਰਿਆ ਸੀ, ਐਂ ਤਾਂ ਦਿੰਦੇ 25 ਲੱਖ ਜੀ। ਆਪ ਵਾਲਿਆਂ ਨੇ ਕਦੇ ਕਿਹਾ ਅਸੈਂਬਲੀ 'ਚ ਵੀ 20 ਲੱਖ ਤਾਂ ਅਸੀਂ ਏਦਾਂ ਦੇ ਦੇਣਾ ਸੀ, ਤੁਸੀਂ ਇਹ ਤਾਂ ਦੇ ਦਿਓ ਜੀ। ਕਿਸੇ ਨੇ ਨਹੀਂ ਦੱਸਿਆ। ਅਸੈਂਬਲੀ ਨੇ ਇੱਕ ਦਿਨ ਵੀ ਇਹ ਗੱਲ ਤੇ ਚਰਚਾ ਹੀ ਨਹੀਂ ਕਰੀ ਕਿ ਰੁਜ਼ਗਾਰ ਦਿੱਤਾ ਕਿਵੇਂ ਜਾਵੇ। ਇਹ ਚਰਚਾ ਕਰੀ ਤੁਸੀਂ ਨੌਕਰੀ, ਪਹਿਲਾਂ ਤਾਂ ਰੁਜ਼ਗਾਰ ਨੂੰ ਨੌਕਰੀ ਕਹਿਣ ਲੱਗੇ ਡਾਕਟਰ ਸਾਹਿਬ। ਉੱਥੇ ਤਾਂ ਚਰਚਾ ਜਿਹੜੀ ਹੁੰਦੀ ਹੈ ਨੌਕਰੀ ਸਰਕਾਰੀ ਕੋਈ ਸਰਕਾਰ ਨਹੀਂ ਦੇ ਸਕਦੀ, ਜਿਹੜੀ ਮਰਜ਼ੀ ਜ਼ੋਰ ਲਾ ਲੇ।
ਤੁਸੀਂ ਇਹੋ ਜਿਹਾ ਲੋਕਾਂ ਨੂੰ ਬੇਵਕੂਫ ਸਮਝਦੇ ਹੋ? ਅਕਾਲੀ ਕਾਂਗਰਸੀ ਅਕਾਲੀ ਬੀਜੇਪੀ 'ਚ ਆਪ ਵਾਲੇ ਕਹਿੰਦੇ ਰਹੇ ਨੇ ਵੀ ਕੈਪਟਨ ਨੇ ਵਾਅਦਾ ਕਰਿਆ ਸੀ ਮੈਂ ਨੌਕਰੀਆਂ ਦਊਂ, ਹਾਲਾਂਕਿ ਮੈਂ ਮੈਨੀਫੈਸਟੋ ਪੜ੍ਹਿਆ, ਕੋਈ ਵਾਅਦਾ ਨਹੀਂ ਕਰਿਆ ਸੀ ਉਹਨੇ ਜੀ। ਉਹਨੇ ਕਿਹਾ ਸੀ ਮੈਂ ਰੁਜ਼ਗਾਰ ਦਊਂ, ਰੁਜ਼ਗਾਰ 'ਚ ਨੌਕਰੀ, ਜੇ ਨੌਕਰੀਆਂ ਕਹਿੰਦੇ ਨੇ 25 ਲੱਖ ਦਾ ਦਿੰਦੇ ਵੀ ਅਸੀਂ 25 ਲੱਖ ਦੇਵਾਂਗੇ, ਇਹ ਪੁੱਠੇ ਹੋ ਕੇ ਡਟ ਕੇ ਜਾਣ। ਜੇ ਕੋਈ 20 ਲੱਖ ਨੌਕਰੀ ਸਰਕਾਰੀ ਦੇ ਸਕੇ ਪੰਜਾਬ ਦੇ ਵਿੱਚ, ਦੇਣਗੇ ਕਾਹਦੇ ਵਾਸਤੇ ਨੌਕਰੀ? ਸੋ ਤੁਹਾਨੂੰ ਸੋਚਣਾ ਪਏਗਾ ਕਿ ਰੁਜ਼ਗਾਰ ਪੈਦਾ ਕਿਵੇਂ ਕਰਨਾ ਹੈ। ਰੁਜ਼ਗਾਰ 'ਚ ਬਹੁਤ ਸਾਰੇ ਸਾਧਨ ਨੇ, ਉਹ ਹੁਣ ਆਪਣੇ ਕੋਲ ਟਾਈਮ ਨਹੀਂ ਹੈ। ਤੁਸੀਂ ਇੱਕ ਤਾਂ ਪੂਰਾ ਰੁਜ਼ਗਾਰ ਦੇਣਾ ਹੁੰਦਾ ਹੈ, ਇੱਕ ਅਰਧ ਰੁਜ਼ਗਾਰ ਹੁੰਦਾ ਹੈ ਜੀ। ਅਰਧ ਰੁਜ਼ਗਾਰ ਕੀ ਹੈ ਕਿ ਤੁਸੀਂ ਬੰਦੇ ਨੂੰ ਕਿਹਾ ਵੀ ਭਾਈ ਇੰਨੇ ਪੈਸੇ ਤੈਨੂੰ ਸਰਕਾਰ ਦੇਊ, ਆਹ ਕੰਮ ਤੂੰ ਸਰਕਾਰ ਦਾ ਕਰੀ ਜਾ, ਬਾਕੀ ਤੂੰ ਆਪਦਾ ਪ੍ਰਾਈਵੇਟ ਕਰ ਲੈ ਜੀ। ਉਹਦੇ ਨਾਲ ਉਹਦਾ ਗੁਜ਼ਾਰਾ ਜਾ ਵੀ ਚੱਲੀ ਜਾਂਦਾ, ਉਹ ਆਪਦੀ ਆਜ਼ਾਦੀ ਵੀ ਰੱਖਦਾ। ਹੁਣ ਇਹ ਮਾਸਟਰਾਂ ਨੂੰ ਰੋਂਦੇ ਨੇ ਵੀ ਤੁਸੀਂ ਜਾਂ ਸੈਂਸਸ ਕਰੋ ਜੀ, ਸ਼ੁਮਾਰੀ ਕਰੋ ਜੀ, ਵੋਟਾਂ ਬਣਾਓ। ਉਹਨਾਂ ਨੂੰ ਲਾਉਣ ਦੀ ਕੀ ਲੋੜ? ਸਕੂਲਾਂ 'ਚ ਪੜ੍ਹਾਉਣਾ। ਤੁਸੀਂ ਹਰ 500 ਦੀ ਆਬਾਦੀ ਪਿੱਛੇ ਇੱਕ ਬੰਦਾ ਲਾ ਦਿਓ, ਉਹਨੂੰ ਕਹੋ ਤੁਸੀਂ ਕੰਪਿਊਟਰ ਸੈਂਟਰ ਆਪਦਾ ਖੋਲ, ਉਹਦੇ 'ਚ ਕੰਪਿਊਟਰ ਸੈਂਟਰ, ਤੈਨੂੰ ਕੰਪਿਊਟਰ ਅਸੀਂ ਦੇ ਦਾਂਗੇ। ਰੁਜ਼ਗਾਰ ਦੇ ਸਾਧਨ ਪੈਦਾ ਤਾਂ ਕਰੋ। ਹਾਂ, ਉੱਥੇ ਤੂੰ 500 ਬੰਦੇ ਦਾ ਰਿਕਾਰਡ ਤੈਂ ਤਿਆਰ ਕਰਨਾ ਹੈ ਜੀ ਡਾਕਟਰ ਸਾਹਿਬ, ਉਹਦੇ ਤੈਨੂੰ ਇੰਨੇ ਪੈਸੇ ਦੇਵਾਂਗੇ 2000 ਰੁਪਏ ਮਹੀਨਾ ਜੀ। ਬਾਕੀ ਤੂੰ ਆਪਦਾ ਜਿਹੜਾ ਵੀ ਤੂੰ ਕੋਈ ਸਰਟੀਫਿਕੇਟ ਲੈਣ ਆਇਆ, ਕੁਛ ਕਰਾਉਣਾ, ਉਹਦੇ ਤੂੰ ਆਪਦਾ ਕੰਮ ਕਰੀ ਜਾ। 500 ਬੰਦੇ ਦਾ ਕਰਨਾ ਕੋਈ ਉਹਨੂੰ ਔਖਾ ਨਹੀਂ ਸੀ। ਉੱਥੇ ਵੋਟਾਂ ਵੀ ਬਣੀ ਜਾਣਗੀਆਂ, ਉੱਥੇ ਜਨਮ ਮੌਤ ਦੇ ਸਰਟੀਫਿਕੇਟ ਵੀ ਬਣੀ ਜਾਣਗੇ, ਉੱਥੇ ਆਟੋਮੈਟਿਕਲੀ ਜਿਹੜਾ ਮਰ ਗਿਆ ਉਹਦੀ ਵੋਟ ਕੱਟੀ ਜਾਊਗੀ ਆਟੋਮੈਟਿਕ। ਸੋ ਇਸ ਤਰ੍ਹਾਂ ਅਸੀਂ ਜਿਹੜੇ ਰੁਜ਼ਗਾਰ ਕਰ ਸਕਦੇ ਸੀ, ਹੈਲਥ ਦੇ ਉੱਤੇ ਇੱਦਾਂ ਹੀ, ਸਿੱਖਿਆ ਦੇ ਉੱਤੇ ਇੱਦਾਂ ਹੀ ਲੋਕਾਂ ਨੂੰ ਅਵੇਅਰਨੈਸ ਕਰਨ 'ਤੇ, এনवायरमेंट 'ਤੇ ਅਸੀਂ ਲੱਖਾਂ ਹੀ ਰੁਜ਼ਗਾਰ ਪੈਦਾ ਕਰ ਸਕਦੇ ਸੀ, ਉਹ ਨਹੀਂ ਕਰੇ। ਡਾਕਟਰ ਸਾਹਿਬ ਇਹ ਸਾਰਾ ਕੁਝ ਝੂਠ ਲੋਕਾਂ ਨੂੰ ਬੋਲਦੇ ਨੇ ਸਿਆਸੀ ਪਾਰਟੀਆਂ। ਹੁਣ 2022 ਦੇ ਵਿੱਚ ਫਿਰ ਝੂਠ ਬੋਲਣਗੀਆਂ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਾਂਗੇ, ਆਹ ਕਰ ਦਿਆਂਗੇ, ਘਰ ਘਰ ਨੌਕਰੀ, ਅਸੀਂ ਨੌਕਰੀਆਂ ਦੇ ਦਾਂਗੇ। ਜਿਵੇਂ ਤੁਸੀਂ ਦੱਸਿਆ ਵੀ ਇਹ ਪੁੱਠੇ ਲਟਕ ਜਾਣ, 25 ਲੱਖ ਨੌਕਰੀਆਂ ਇਹ ਨਹੀਂ ਦੇ ਸਕਦੇ, ਜਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਨੇ, ਚਾਹੇ ਕਾਂਗਰਸ ਵਾਲੇ ਹੈ, ਹੋਰ ਹੈ, ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ। ਸਰਕਾਰੀ ਇਹਦੇ ਵਾਸਤੇ ਸਾਧਨ ਪ੍ਰਾਈਵੇਟ ਪੈਦਾ ਕਰਨੇ ਪੈਣਗੇ, ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨੇ ਪੈਣਗੇ, ਸਿਸਟਮ ਦੇ ਵਿੱਚ ਸੁਧਾਰ ਕਰਨਾ ਪਊਗਾ। ਤੁਹਾਡਾ ਇਹੀ ਵਿਚਾਰ ਜਿਹੜਾ ਸਾਹਮਣੇ ਆ ਰਿਹਾ ਤੁਹਾਡੀ? ਮੈਂ ਥੋੜੀ ਜਿਹੀ ਹੋਰ ਐਡ ਕਰਾਂ, ਐ ਨਹੀਂ ਹੈ ਹਾਂਜੀ, ਤੁਹਾਨੂੰ ਪੈਸੇ ਦੀ ਵੰਡ ਠੀਕ ਕਰਨੀ ਪਊਗੀ ਨਿਆਂ ਸੰਗਤ। ਅੱਜ ਤੁਸੀਂ 2,78,000 ਬੰਦੇ ਨੂੰ ਉਹਨੂੰ ਤੇ 3 ਲੱਖ ਪੈਨਸ਼ਨਰ ਨੂੰ, 5.5 ਲੱਖ ਲੋਕਾਂ ਨੂੰ ਜਿਹੜਾ ਤੁਹਾਡੇ ਕੋਲ ਰੈਵਨਿਊ ਇਕੱਠਾ ਹੁੰਦਾ ਹੈ, ਉਹ ਸਾਰੇ ਦਾ ਸਾਰਾ ਰੈਵਨਿਊ ਉਹਨਾਂ ਨੂੰ ਦੇ ਰਹੇ ਹੋ। ਟੈਕਸ ਮਾਮਲਾ ਜਿਹੜਾ ਤੁਹਾਨੂੰ ਵੰਡਣਾ ਪਊਗਾ ਉਹ ਠੀਕ ਤਰੀਕੇ ਨਾਲ। ਜਿਹੜੇ ਮੈਂ ਕਹਿੰਦਾ ਪਾਰਸ਼ਲ ਰੁਜ਼ਗਾਰ ਦੇਣ 'ਚ ਇਹ ਲੋਕ ਜਿਹੜੇ ਨੇ, ਇਹ ਪਾਰਸ਼ਲ ਰੁਜ਼ਗਾਰ ਦੇ ਨਾਲ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 5-7 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਔਰ ਜੋ ਥੋੜੇ ਜਿਹੇ ਪੈਸੇ ਇੱਧਰ ਲਿਆਉਣ ਦੀ ਲੋੜ ਹੈ, ਬਹੁਤ ਜ਼ਿਆਦਾ ਨਹੀਂ ਹੈ, ਕੁਝ ਹਜ਼ਾਰ ਕਰੋੜ ਹੀ ਚਾਹੀਦਾ। ਮਤਲਬ ਨੀਤੀਆਂ ਬਦਲਣੀਆਂ ਪੈਣਗੀਆਂ। ਹਾਂ, ਨੀਤੀਆਂ ਬਦਲਣੀਆਂ ਪੈਣਗੀਆਂ। ਇਹਨਾਂ ਨੂੰ ਸਿਆਸਤਦਾਨਾਂ ਨੂੰ ਬੈਠ ਕੇ ਚਰਚਾ ਕਰਨੀ ਪਏਗੀ ਅਸੈਂਬਲੀ ਦੇ ਵਿੱਚ। ਇਹ ਚਰਚਾ ਨਹੀਂ ਕਰਦੇ। ਅੱਜ ਸਾਡੀ ਲੋੜ ਹੈ ਸਵਾਲ ਕਰਨ ਲੋਕ ਵੀ ਦੱਸੋ ਰੁਜ਼ਗਾਰ ਕਿਵੇਂ ਪੈਦਾ ਕਰੋਗੇ, ਦੱਸੋ ਆਹ ਇਸ ਪਾਸੇ ਇੰਨਾ ਪੈਸਾ ਜਾ ਰਿਹਾ ਹੈ ਤੇ ਇਸ ਪਾਸੇ ਕਿਉਂ ਨਹੀਂ ਜਾ ਰਿਹਾ, ਇਹ ਸਿੱਖਣਾ ਪਊਗਾ। ਦੱਸੋ ਤੁਸੀਂ ਕਿੱਦਾਂ ਅਸੈਂਬਲੀ 'ਚ ਬੈਠ ਕੇ ਇੱਕ ਹਫ਼ਤਾ ਇਸ ਗੱਲ ਤੇ ਚਰਚਾ ਕਰੋਗੇ ਬਿਨਾਂ ਕਿਸੇ ਦੇ ਇੱਕ ਦੂਜੇ ਨੂੰ ਦੋਸ਼ ਦਿੱਤੇ ਕਿ ਭਾਈ 117 ਬੰਦੇ ਬੈਠ ਕੇ ਗੰਭੀਰਤਾ ਨਾਲ ਸੋਚ ਰਹੇ ਨੇ ਕਿ ਪੰਜਾਬ 'ਚ ਰੁਜ਼ਗਾਰ ਕਿਵੇਂ ਸਿਰਜੇ ਜਾਣਾ। ਇਹ ਦੱਸੋ ਤੁਸੀਂ ਕਦ ਚਰਚਾ ਕਰੋਗੇ? ਸਾਰੀਆਂ ਪਾਰਟੀਆਂ ਆ ਕੇ ਦੱਸੋ ਕਿੰਨੇ ਦਿਨ ਚਰਚਾ ਕਰੋਗੇ, ਕਿਵੇਂ ਕਰੋਗੇ, ਤੁਹਾਡੇ ਕੋਲ ਕੀ ਇਹਦੇ ਡਾਟਾ ਹੈ, ਕੀ ਅੰਕੜੇ ਨੇ, ਕੀ ਤੁਹਾਡੀ ਫਲਸਫਾ ਇਹਦੇ ਉੱਤੇ, ਕੀ ਤੁਹਾਡੀ ਨੀਤੀ ਹੈ। ਸੋ ਇਸ ਕਰਕੇ ਜਿੰਨਾ ਚਿਰ ਤੁਸੀਂ ਇਹ ਨਹੀਂ ਕਰੋਗੇ ਉਹਨਾਂ ਚਿਰ ਤੁਹਾਨੂੰ ਜਿਹੜਾ ਹੈ ਅਸੀਂ ਵੋਟ ਵਾਟ ਨਹੀਂ ਪਾਉਣੇ। ਇਹ ਸਵਾਲ ਇਹਨਾਂ ਨੂੰ ਕਰਨਾ ਪਏਗਾ ਰੁਜ਼ਗਾਰ ਦੇ ਮਾਮਲੇ 'ਚ, ਲੋਕਾਂ ਨੂੰ ਜਾਗਣਾ ਪਊਗਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੈ। ਸਮਾਂ ਥੋੜ੍ਹਾ ਜਿਹਾ ਇਜਾਜ਼ਤ ਘੱਟ ਰਹਿੰਦਾ ਹੈ ਕਿਉਂਕਿ ਇਹ ਮੁੱਦਾ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਕਾਫੀ ਹੋਰ ਲੋਕਾਂ ਨੂੰ ਜਾਣਕਾਰੀ ਤੁਹਾਡੇ ਤੋਂ ਚਾਹੀਦੀ ਆ। ਡਾਕਟਰ ਸਾਹਿਬ, ਜਿਵੇਂ ਇੱਕ ਇਹ ਵੀ ਹੈਗਾ ਵੀ ਲੋਕ ਵੀ ਆਪ ਵੀ ਕਿਰਤ ਦੇ ਵੱਲ ਵਧਣ। ਪੰਜਾਬ ਦੇ ਵਿੱਚ ਜਿਹੜੀ ਸਾਡੇ ਕਿਰਤ ਕਰਨ ਦੀ, ਆਪ ਦੇ ਹੱਥਾਂ ਦੀ ਜਿਹੜੀ ਸਾਡੀ ਮਿਹਨਤ ਕਰਨ ਦਾ ਜਿਹੜਾ ਰੁਝਾਨ ਆ ਸਾਡੇ ਨੌਜਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਘਟਦਾ। ਮਤਲਬ ਅਸੀਂ ਇਸ ਗੱਲ ਨੂੰ ਸ਼ਰਮ ਮਹਿਸੂਸ ਕਰਦੇ ਹਾਂ ਕਿ ਅਸੀਂ ਆਹ ਕੰਮ ਨਹੀਂ ਕਰਨਾ, ਅਸੀਂ MBA ਕਰ ਲਈ, ਅਸੀਂ BTech ਕਰ ਲਈ, ਅਸੀਂ ਆਹ ਤਾਂ ਕਰਨਾ ਹੀ ਨਹੀਂ। ਪਰ ਜਿੰਨਾ ਚਿਰ ਸਰਕਾਰੀ ਨੌਕਰੀ ਜਾਂ ਸਾਨੂੰ ਕੋਈ ਵੱਡੀ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਕਈ ਨੌਜਵਾਨ ਇੱਥੇ ਬਹੁਤ ਵਧੀਆ ਆਰਗੈਨਿਕ ਖੇਤੀ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਹੋਰ ਵੀ ਕਰ ਰਹੇ ਨੇ, ਜਿਨ੍ਹਾਂ ਦੀ ਮਿਸਾਲ ਤੁਸੀਂ ਕੀ ਸਮਝਦੇ ਹੋ ਕਿ ਨੌਜਵਾਨਾਂ ਨੂੰ ਆਪਣੇ ਪੈਰਾਂ ਸਿਰ ਆਪ ਖੜੇ ਹੋਣ ਲਈ ਵੀ ਕੋਈ ਏਜੰਡਾ ਤੈਅ ਕਰਨਾ ਪਊ ਉਸ ਬਜਾਏ ਕਿ ਸਰਕਾਰਾਂ ਦੇ ਵੱਲ, ਹੱਥਾਂ ਦੇ ਵੱਲ ਦੇਖਣ? ਦੇਖੋ, ਇਹ ਤਾਂ ਇੱਕ ਟੋਬੇ 'ਚ ਡੀਟੀ ਮਾਰਨ ਦੇ ਬਰਾਬਰ ਹੀ ਹੈ। ਇਹ ਆਟੇ 'ਚ ਲੂਣ ਹੈ ਜਿਹੜਾ ਅਸੀਂ ਕਹਿੰਦੇ ਵੀ ਆਪੇ ਕਰੇ। ਜਿਹੜਾ BTech ਕਰਕੇ ਕੀ ਕਰੂਗਾ ਉਹ? ਕੀ ਸੈਲਫ ਇੰਪਲੋਇਮੈਂਟ, ਇਹਨਾਂ ਸਕਿੱਲ ਡਿਵੈਲਪਮੈਂਟ, ਸਕਿੱਲ ਇੰਡੀਆ, ਸਟਾਰਟਅਪ ਇੰਡੀਆ,
ਇਹ ਕੋਈ ਐਵੇਂ ਦਿਖਾਵੇ ਨੇ ਸਾਰੇ। ਵੱਡੀਆਂ ਕੰਪਨੀਆਂ ਨੂੰ NGO ਬਣਾ ਕੇ RSS ਵਾਲਿਆਂ ਨੇ ਆਪਦਿਆਂ ਨੂੰ ਦੇਤਾ ਸਾਰਾ ਪੈਸਾ। ਠੀਕ ਹੈ ਜੀ। ਸਟੱਡੀ ਕਰ ਲਓ ਕਿੰਨਾਂ ਨੂੰ ਸਕਿੱਲ ਇੰਡੀਆ ਕਰਾਇਆ, ਸਟੱਡੀ ਕਰ ਲਓ ਕਿੰਨਾਂ ਨੂੰ ਸਟਾਰਟਅਪ ਇੰਡੀਆ ਹੋਇਆ, ਇਹਨਾਂ ਦੇ ਆਪਦੇ ਬੰਦਿਆਂ ਨੂੰ ਹੋਇਆ ਜਿਹੜਾ ਮਾੜਾ। ਕਿਉਂਕਿ ਪ੍ਰਧਾਨ ਮੰਤਰੀ ਇਹ ਰੌਲਾ ਪਾਉਂਦੇ। ਇਸ਼ੂ ਜਿਹੜਾ ਸਾਡੇ ਸਾਹਮਣੇ ਹੈ, ਇਸ਼ੂ ਇਹ ਹੈ ਕਿ ਨੀਤੀਆਂ ਬਦਲਣ ਦੀ ਲੋੜ ਹੈ। ਇੱਕ ਬੰਦਾ ਵਿਅਕਤੀ ਚਿੱਕੜ ਫੈਲਿਆ ਹੋਵੇ, ਤੁਸੀਂ ਕਿਸੇ ਕੋਲ ਤੂੰ ਆਪਣੀ ਪੈਂਟ ਉੱਚੀ ਕਰਕੇ ਤੁਰ, ਛਿੱਟੇ ਉਹਦੇ ਫਿਰ ਵੀ ਪੈ ਜਾਣਗੇ। ਪਰ ਜੇ ਚਿੱਕੜ ਹੀ ਸਾਫ਼ ਕਰ ਦੋ, ਰੁਜ਼ਗਾਰ ਸਿਰਜਣ ਦਾ, ਰੁਜ਼ਗਾਰ ਨਾ ਸਿਰਜਣ ਦਾ ਚਿੱਕੜ ਫੈਲਿਆ ਹੋਇਆ ਹੈ, ਉਹ ਚਿੱਕੜ ਚੱਕ ਕੇ ਅਸੀਂ ਰੁਜ਼ਗਾਰ ਸਿਰਜਣ ਦੀ ਸੜਕ ਬਣਾਉਣੀ ਹੈ। ਜਿੱਦੇ ਅਸੀਂ ਉਹ ਬਣਾ ਲਈ, ਨੌਜਵਾਨ ਨੂੰ ਕਿਰਤ ਤੇ ਕੋਈ ਇਤਰਾਜ਼ ਨਹੀਂ ਹੋਏਗਾ। ਅੱਜ ਉਸ ਨੂੰ ਤਾਂ ਇਤਰਾਜ਼ ਹੈ ਕਿ ਸਰਕਾਰ ਦੇ ਵਿੱਚ ਜੇ ਉਹ ਲੱਗ ਜੇ MBA ਕਰਕੇ, ਪੈਸੇ ਦੇ ਕੇ ਵੀ ਲੱਗ ਜੇ, 10 ਲੱਖ ਰੁਪਇਆ ਦੇ ਕੇ ਵੀ ਲੱਗ ਜੇ, ਉਹਨੂੰ ਪਤਾ ਵੀ 3 ਲੱਖ 2.5 ਲੱਖ ਤਨਖਾਹ ਦਾ ਮਿਲ ਜਾਣਾ। ਦੂਜੇ ਪਾਸੇ ਮੁੰਜ ਕਟਾ ਕੇ ਉਹਨੂੰ 15,000 ਨਹੀਂ ਮਿਲਣਾ। ਉਹ ਕਿਉਂ? ਉਹ ਕੋਈ ਬੇਵਕੂਫ ਹੈ। ਡਾਕਟਰ ਸਾਹਿਬ ਇਹ ਦੂਜਾ ਕਰਦੇ ਆ ਕਿ ਜਦੋਂ ਭਰਤੀ ਕਰਦੇ ਆ, ਨਵੀਆਂ ਪਾਲਿਸੀਆਂ ਬਣਾ ਲਈਆਂ, ਹੁਣ ਉਹਨੂੰ 10,000 ਰੁਪਇਆ ਪਹਿਲਾਂ ਤਨਖਾਹ ਮਿਲੂ ਜੀ, ਤੇ 3 ਸਾਲ ਲਈ ਉਹ 10,000 ਤੇ ਕੰਮ ਕਰੂ। ਇਹ ਕਿਹੜੀ ਨੀਤੀਆਂ ਦੇ? ਨਹੀਂ ਮੈਂ ਇਹ ਨੀਤੀਆਂ ਉਸ ਤੋਂ ਨਿਕਲੀਆਂ ਨੇ ਵੀ ਦੂਜਿਆਂ ਨੂੰ, ਪੁਰਾਣਿਆਂ ਨੂੰ ਜ਼ਿਆਦਾ ਪੈਸੇ ਦੇ ਜਾਓ, ਦੂਜਿਆਂ ਵਾਸਤੇ ਰਿਹਾ ਕੁਛ ਨਹੀਂ। ਮੈਂ ਜਿਹੜੀ 10 ਰੋਟੀਆਂ ਦੀ ਉਦਾਹਰਨ ਦਿੱਤੀ ਉਹ ਇਹੀ ਹੈ ਵੀ ਹੁਣ ਇਹਨਾਂ ਨੂੰ ਜੀ ਇੰਨੇ ਕਦਾਵਾਂਗੇ, ਸਾਰਿਆਂ ਨੂੰ ਬਰਾਬਰ ਤਨਖਾਹ ਤੇ ਨੌਕਰੀ ਕਿਉਂ ਨਾ ਮਿਲੇ? ਪ੍ਰਾਈਵੇਟ ਦੇ ਵਿੱਚ ਜਿਹੜੇ ਸਰਕਾਰ ਚ ਘੱਟੋ ਘੱਟ, ਉੱਥੇ ਸਾਰਿਆਂ ਨੂੰ ਬਰਾਬਰ ਤਨਖਾਹ ਕਿਉਂ ਨਾ ਮਿਲੇ? ਕਿਉਂਕਿ ਤਨਖਾਹ ਤੁਸੀਂ ਬੇਵਹਾ ਵਧਾਈ ਜਾਂਦੇ ਹੋ। ਜਿਹੜਾ ਮੁਲਾਜ਼ਮ ਹੋਵੇ ਤਾਂ ਮੈਂ ਪੈਨਸ਼ਨਰ ਹਾਂ, ਮੈਨੂੰ ਪੈਸੇ ਤਾਂ ਵਧਾਤੇ। ਜਿਹੜਾ ਨੌਜਵਾਨ ਕੰਮ ਕਰ ਰਿਹਾ ਹੈ, ਮੇਰੀ 8,500 ਰੁਪਏ ਮਹੀਨਾ ਪਿਛਲੇ ਸਾਲ ਪੈਨਸ਼ਨ ਵਧ ਗਈ ਜੀ। ਮੈਂ ਇਹ ਪੁੱਛਦਾ ਵੀ ਜਿਹੜਾ 5,000 ਤੋਂ 10,000 ਤੇ ਨੌਜਵਾਨ ਲੜਕਾ ਲੜਕੀ ਸਰਕਾਰ ਨੇ ਰੱਖਿਆ ਹੋਇਆ ਹੈ, ਉਹਦਾ 20,000 ਕਿਉਂ ਨਹੀਂ ਕਰਿਆ? ਸਾਡੇ ਵਰਗਿਆਂ ਨੂੰ ਵਿਹਲੜਾਂ ਨੂੰ ਕਾਹਦੇ ਵਾਸਤੇ ਦਿੱਤੇ ਨੇ ਪੈਸੇ? ਇਹ ਜਿਹੜਾ ਮੇਰੇ ਨਾਲ ਤਾਂ ਨੌਕਰੀ 'ਚ ਉਹਦਾ 20,000 ਰੁਪਏ ਮਹੀਨਾ ਵਧ ਗਿਆ। ਇਹ ਪੈਸੇ ਨਾਲ ਤਾਂ ਤੁਸੀਂ ਉਹ ਜਿਹੜੇ ਬੰਦਾ ਨੌਜਵਾਨ ਹੈ ਯਾਰ, ਲੜਕਾ ਲੜਕੀ ਆ, ਉਹਨੇ ਆਪਦਾ ਵਿਆਹ ਕਰਾਉਣਾ ਹੈ, ਉਹਨੇ ਘਰ ਬਣਾਉਣਾ ਹੈ, ਉਹ ਯੰਗ ਹੈ, ਕੁਛ ਨਾ ਕੁਛ ਕਰੇਗਾ, ਉਹਨੂੰ ਤਾਂ ਪੈਸੇ ਦੇ ਦਿਓ। ਤੁਸੀਂ ਵਿਹਲੜਾਂ ਨੂੰ ਪੈਸੇ ਦੇ ਰਹੇ ਹੋ। ਇੱਦਾਂ ਹੀ ਸਰਕਾਰ ਜਿਹੜੇ ਪੁਰਾਣੇ ਨੇ ਢੇਲੇ ਦਾ ਉਹ ਕੰਮ ਨਹੀਂ ਕਰਦੇ, ਕਰਪਸ਼ਨ ਕਰਦੇ ਨੇ, ਉਹਨਾਂ ਨੂੰ ਤੁਸੀਂ ਪੈਸੇ ਦੇਈ ਜਾਂਦੇ ਹੋ। ਉਹ ਕਿਉਂਕਿ ਰੌਲਾ ਪਾ ਦਿੰਦੇ ਨੇ। ਕਿਸਾਨ ਤਾਂ 11 ਮਹੀਨੇ ਤੋਂ ਬੈਠਾ ਇੱਥੇ, ਮਾੜੇ ਜਿਹਾ ਟੈਂਕੀਆਂ ਤੇ ਚੜ੍ਹਦੇ ਨੇ, ਰੌਲਾ ਪਾਉਂਦੇ ਨੇ, ਸਰਕਾਰ ਹਿੱਲ ਜਾਂਦੀ ਹੈ ਵੀ ਚੰਗਾ ਜੀ ਹੁਣ ਦੇ ਦਾਂਗੇ ਤੁਹਾਨੂੰ। ਉਹ ਸਾਰੇ ਖਜ਼ਾਨਾ ਉੱਧਰ ਲੁਟਾ ਦਿੰਦੇ। 2011 'ਚ ਇੱਕ ਐਗਜ਼ਾਮਪਲ ਦੇਣਾ ਮੈਂ, ਅਕਤੂਬਰ 2011 'ਚ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਕਮਿਸ਼ਨ ਨੇ ਪੂਰੇ ਮਾਪਦੰਡ ਤੈਅ ਕਰਕੇ ਕਰੀ ਸੀ, ਜਿਹੜੀ ਪੂਰੇ ਮੁਲਕ ਤੋਂ ਵਾਧੂ ਸੀ, 1.5 ਗੁਣਾ ਕਰਤੀ ਬਹੁਤ ਸਾਰੀਆਂ ਕੈਟਾਗਰੀਆਂ ਦੀ। ਔਰ ਉਹਦੇ ਸਾਨੂੰ ਪਤਾ ਹੀ ਹੈ ਵੀ ਕਿਵੇਂ ਤਨਖਾਹਾਂ ਵੱਧਦੀਆਂ ਨੇ। ਬੜੀਆਂ ਤਨਖਾਹਾਂ ਦਾ ਸਕੇਲ ਇਹਨਾਂ ਦਾ ਸਰਕਾਰੀ। ਸੋ ਇਸ ਕਰਕੇ ਸਾਨੂੰ ਸੋਚਣਾ ਪਊਗਾ। ਅਸੀਂ ਦੋਸ਼ ਨੌਜਵਾਨ ਨੂੰ ਨਹੀਂ ਦੇਣਾ, ਅਸੀਂ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਨੀ ਆ। ਸਰਕਾਰਾਂ ਜ਼ਿੰਮੇਵਾਰ ਨੇ, ਪੋਲੀਟੀਕਲ ਪਾਰਟੀਆਂ ਜ਼ਿੰਮੇਵਾਰ ਨੇ। ਪੋਲੀਟੀਕਲ ਪਾਰਟੀਆਂ ਨੂੰ ਫੈਸਲਾ ਕਰਨਾ ਪਏਗਾ ਔਰ ਲੋਕਾਂ ਨੂੰ ਮਜਬੂਰ ਕਰਨਾ ਪਏਗਾ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਫੈਸਲਾ ਤੁਸੀਂ ਸਾਡੇ ਹੱਕ 'ਚ ਕਰਨਾ ਹੈ। ਇਹ ਤਾਂ ਸਵਾਲ ਪਾਸੇ ਦੀ ਗੇਮ ਦੀ ਪਾਸ ਹੈ। ਜੇ ਦੁਰਯੋਧਨ ਬਣ ਕੇ ਸਰਕਾਰ ਖੇਡੇਗੀ ਤੇ ਫਿਰ ਪਾਂਡਵਾਂ ਨੇ ਹਾਰਨਾ ਹੀ ਹਾਰਨਾ ਹੈ। ਕਿ ਜੇ ਉਹਨਾਂ ਨੇ ਮੰਨਣਾ ਵੀ ਹਾਂ ਅਸੀਂ ਤਾਂ ਪਾਵੇ ਨਾ ਬੰਨਿਆ, ਤਾਨੇ ਹੋਏ ਨੇ ਤੇ ਦਰੋਣਾਚਾਰੀਆ ਉਹਨਾਂ ਦੇ ਨਾਲ ਰਲੇ ਹੋਏ ਨੇ, ਅਸੀਂ ਦਰੋਣਾਚਾਰੀਆ ਨੂੰ ਦੱਸਣਾ, ਅਸੀਂ ਭੀਸ਼ਮ ਪਿਤਾਮਾ ਨੂੰ ਦੱਸਣਾ ਵੀ ਨਹੀਂ, ਏਕਲਵਿਆ ਦਾ ਅੰਗੂਠਾ ਨਹੀਂ ਕੱਟਿਆ ਜਾ ਸਕਦਾ। ਏਕਲਵਿਆ ਨੂੰ ਤੀਰਅੰਦਾਜ਼ੀ ਸਿਖਾਉਣੀ ਪਏਗੀ, ਉਹਦਾ ਅੰਗੂਠਾ ਨਹੀਂ ਕੱਟਿਆ, ਬੇਸ਼ੱਕ ਉਹ ਅਰਜਨ ਨੂੰ ਹਰਾ ਦੇ। ਸਾਨੂੰ ਇਹ ਦੱਸਣਾ ਪਏਗਾ, ਸਾਨੂੰ ਦੱਸਣਾ ਪਏਗਾ ਕਿ ਤੁਸੀਂ ਇੱਧਰਲੇ ਪਾਸੇ ਨਹੀਂ ਜਾ ਸਕਦੇ, ਤੁਸੀਂ ਮਲਕ ਭਾਗਾਂ ਦੇ ਨਾਲ ਨਹੀਂ ਲੜ ਸਕਦੇ, ਤੁਹਾਨੂੰ ਭਾਈ ਲਾਡੋਆਂ ਦੇ ਨਾਲ ਖੜਨਾ ਪਊਗਾ। ਰੁਜ਼ਗਾਰ ਦੇ ਵਾਸਤੇ ਜਿਹੜਾ ਪੈਸਾ 49,000 ਕਰੋੜ ਰੁਪਏ ਟੈਕਸ ਇਕੱਠਾ ਹੋਇਆ, ਇਹਦੀ ਬਰਾਬਰ ਵੰਡ ਕਰਨੀ ਪਏਗੀ, ਨਿਆਂ ਸੰਗਤ ਵੰਡ। ਜੇ ਤੁਸੀਂ ਨਿਆਂ ਸੰਗਤ ਵੰਡ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਪੁੱਛਾਂਗੇ, ਅਸੀਂ ਪੁੱਛਾਂਗੇ, ਕਿਉਂਕਿ ਸਾਡਾ ਹੱਕ ਤੁਸੀਂ ਖੋ ਕੇ ਦੂਜੇ ਨੂੰ ਦੇ ਰਹੇ ਹੋ। ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਜ਼ਰੂਰੀ ਆ ਸਾਡੇ ਨੌਜਵਾਨਾਂ ਨੂੰ ਇਹ ਜਾਗਣਾ ਪਊਗਾ। ਆਪਣੇ ਹੱਕਾਂ ਦੇ ਲਈ ਸਰਕਾਰਾਂ ਨੂੰ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਲਈ ਮਜਬੂਰ ਕਰਨਾ ਪਊਗਾ, ਫਿਰ ਜਾ ਕੇ ਇਹ ਪ੍ਰਣਾਲਾ ਜਿਹੜਾ ਸਿੱਧਾ ਹੋਊਗਾ, ਨਹੀਂ ਤਾਂ ਉੱਥੇ ਦਾ ਉੱਥੇ ਰਹਿ ਜਾਊਗਾ। ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਆ, ਇਹ ਜਿਹੜੀ ਪ੍ਰੋਬੇਸ਼ਨ ਪੀਰੀਅਡ ਤੇ 3 ਸਾਲ ਲਈ ਰੱਖ ਲੈਂਦੇ ਨੇ, 10,000 ਰੁਪਇਆ ਦੇਵਾਂਗੇ ਜੀ। ਉਹਦੇ ਦੂਜੇ ਪਾਸੇ ਜਿਹੜੇ ਤਨਖਾਹਾਂ ਦੀ ਹਰ ਸਾਲ ਵੱਧ ਜਾਂਦੀ ਹੈ। ਫਿਰ ਉਸੇ ਦੀ ਗੱਲ ਕਰਦੇ ਹਾਂ, 10,000 ਤਾਂ ਬਹੁਤ ਥੋੜੇ ਨੇ ਅਜੇ ਵੀ ਜੀ ਡਾਕਟਰ ਸਾਹਿਬ। ਜਿਹੜੇ ਰੱਖੇ ਨੇ ਰੱਖਦੀ ਨਹੀਂ ਇਹ। ਬਿਲਕੁਲ ਜੀ। ਨਾ ਹੋਏਗਾ ਬਾਂਸ ਨਾ ਵੱਜੇਗੀ ਬੰਸਰੀ, ਉਹ ਫਿਰ ਨੱਥ ਘੜਾਉਣ ਨੂੰ, ਫਿਰ ਨੱਕ ਵਢਾਉਣ ਨੂੰ। ਇਹਨਾਂ ਨੇ ਲੋਕਾਂ ਦੇ ਆਪ ਨੂੰ ਉੱਚੇ ਉੱਚੇ ਬਣਾ ਕੇ, ਉੱਚੇ ਪੁੱਤੇ ਛੋਟੇ ਦੁਕਾਨਦਾਰ ਨੇ ਕੀ ਕਰਨਾ, ਉਹਦੀ ਦੁਕਾਨਾਂ ਬੰਦ ਕਰਤੀਆਂ ਇਹਨਾਂ ਨੇ। ਹੁਣ ਜਿਹੜੇ ਕਾਨੂੰਨ ਬਣਾਏ ਨੇ ਉਹਦੇ ਚ ਲੋਕਾਂ ਦੇ ਵਪਾਰ ਬੰਦ ਹੋ ਜਾਣਾ। ਆਹ ਐਸੈਂਸ਼ੀਅਲ ਗੁੱਡਸ ਜਿਹੜਾ ਐਕਟ ਹੈ ਉਹਦੇ ਵਿੱਚ ਸਾਰਾ ਵਪਾਰ ਬੰਦ ਹੋ ਜਾਣਾ ਲੋਕਾਂ ਦਾ। ਮੰਡੀਆਂ ਬੰਦ ਹੋ ਜਾਂਦੀਆਂ ਨੇ। ਜਿਹੜਾ ਖੇਤੀ ਕਾਨੂੰਨ ਨੇ, ਮੰਡੀ ਦੇ ਵਿੱਚ ਪੱਲੇਦਾਰ ਗਏ, ਝਰਾਈ ਵਾਲੇ ਗਏ, ਭਰਾਈ ਵਾਲੇ ਗਏ ਤੇ ਤੋੜਨ ਵਾਲੇ ਗਏ, ਤੇ ਉਹਦੇ ਵਿੱਚ ਜਿਹੜੇ ਟਰਾਂਸਪੋਰਟ ਨੇ ਉਹ ਗਏ, ਆੜ੍ਹਤੀਏ ਗਏ, ਵਪਾਰੀ ਗਏ, ਉੱਥੇ ਜਿਹੜੇ ਮਾੜੇ ਮੋਟੇ ਢਾਬੇ ਚਲਾਉਂਦੇ ਨੇ, ਰੇਹੜੀਆਂ ਰਿਕਸ਼ੇ ਚਲਾਉਂਦੇ ਨੇ ਉਹ ਗਏ। ਸੋ ਤੁਸੀਂ ਰੁਜ਼ਗਾਰ ਘਟਾ ਰਹੇ ਹੋ ਇਹੋ ਜਿਹੇ ਕਾਨੂੰਨ ਲਿਆ ਕੇ ਜਿਨ੍ਹਾਂ ਨਾਲ ਲੋਕ ਸੈਲਫ ਇੰਪਲਾਇਡ ਨੇ, ਮਾੜੀ ਮੋਟੀ ਰੋਟੀ ਖਾਂਦੇ। ਸੋ ਇਹ ਸਾਨੂੰ ਬਦਲਾਅ ਕਰਨਾ ਪਊਗਾ। ਜੇ ਤੁਸੀਂ ਜਿਹੜੇ ਹੈਗੇ ਨੇ ਧੰਨਾ ਸੇਠ, ਉਹ ਅੰਬਾਨੀ ਅਡਾਨੀ ਤੋਂ ਲੈ ਕੇ ਥੱਲੇ ਤੱਕ ਨਾਮਡੋਰੀ ਬਣੀ ਹੋਈ ਹੈ, ਜੇ ਤੁਸੀਂ ਉਹਨਾਂ ਦੇ ਹੱਕ 'ਚ ਗੱਲ ਕਰੋਗੇ ਤਾਂ ਅਸੀਂ ਤੁਹਾਡੇ ਵਿਰੁੱਧ ਖੜੇ ਹੋਵਾਂਗੇ। ਇਸ ਕਰਕੇ ਇਹ ਜਿਹੜੀ ਲੜਾਈ ਹੈ ਇਹ ਹੈਵਸ ਦੀ ਤੇ
हैव नॉट्स दी है, ये 99% वर्सेस 1% दी है। ये लड़ाई सानू करनी पैगी। बिल्कुल जी डॉक्टर साहब, सानू ये लड़ाई लड़नी पਊਗੀ, सानू आपदे हक्कां लई जागरूक होना पਊਗਾ ते ये जिहड़ी लीडर सरकारां बनाउण दे लई वड्डे वड्डे वादे करदे आ, इन्हां नूं कचहरी 'च खड़ा करना पਊਗਾ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਡੇ ਦਰਸ਼ਕਾਂ ਨੂੰ ਬੜਾ ਹੀ ਤੁਹਾਡੇ ਕੋਲੇ ਕੀਮਤੀ ਬੜਮੁੱਲਾ ਖਜ਼ਾਨਾ ਹੈ, ਤੁਸੀਂ ਬੜੀ ਡੂੰਘਾਈ 'ਚ ਰਿਸਰਚ ਕਰਦੇ ਹੋ, ਸਾਨੂੰ ਦੱਸਦੇ ਹੋ। ਅਗਲੇ ਹਫਤੇ ਤੁਹਾਡੇ ਨਾਲ ਫਿਰ ਰੂਬਰੂ ਕਰਾਂਗੇ, ਤਦ ਲਈ ਸਾਨੂੰ ਇਜਾਜ਼ਤ ਦਿਓ ਜੀ। ਧੰਨਵਾਦ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਡਾਕਟਰ ਪਿਆਰਾ ਲਾਲ ਗਰਗ ਜੀ, ਜਿਨ੍ਹਾਂ ਨੇ ਬਹੁਤ ਹੀ ਡੂੰਘਾਈ ਦੇ ਵਿੱਚ ਅੰਕੜਿਆਂ ਦੇ ਨਾਲ, ਸਬੂਤਾਂ ਦੇ ਨਾਲ ਸਾਨੂੰ ਇਹ ਦੱਸਿਆ ਕਿ ਸਾਨੂੰ ਆਪਦੇ ਹੱਕਾਂ ਦੇ ਲਈ ਖੜਾ ਹੋਣਾ ਪਊਗਾ। ਲੋਕਾਂ ਨੂੰ ਸਵਾਲ ਪੁੱਛਣੇ ਪੈਣਗੇ ਲੀਡਰਾਂ ਤੋਂ ਵੀ ਤੁਸੀਂ ਕਰੋਗੇ ਕਿਵੇਂ। ਜਦੋਂ ਕਹਿੰਦੇ ਆ ਨਾ ਵੀ ਤੁਹਾਨੂੰ ਲੱਖਾਂ ਨੌਕਰੀਆਂ ਦੇਵਾਂਗੇ, ਅਸੀਂ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਅਸੀਂ ਸਿਸਟਮ ਨੂੰ ਐਂ ਕਰਾਂਗੇ, ਤਾਂ ਉਹਨਾਂ ਨੂੰ ਦੱਸੋ ਕਿ ਤੁਸੀਂ ਸਾਡੇ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਤੁਹਾਡੇ ਕੋਲ ਸਮਾਂ ਕਦੋਂ ਹੁੰਦਾ ਹੈ। 117 MLA ਨੇ ਪੰਜਾਬ ਦੇ, ਜਿਹੜੇ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ, ਇੱਕ ਦਿਨ ਦਾ ਕਰੋੜਾਂ ਰੁਪਈਆਂ ਦਾ ਖਰਚਾ ਉਹਨਾਂ ਦੇ ਉੱਥੇ ਪੁੱਜਣ ਤੱਕ ਦਾ ਹੁੰਦਾ ਹੈ, ਉੱਥੇ ਬੈਠਣ ਤੱਕ ਦਾ ਹੁੰਦਾ ਹੈ। ਪਰੰਤੂ ਉਹ ਸਿਰਫ ਤੇ ਸਿਰਫ ਆਪਦੀ ਸਿਆਸੀ ਖਹਿਬਾਜ਼ੀ ਕਰਕੇ, ਇੱਕ ਦੂਜੇ ਦੀ ਦੂਸ਼ਣਬਾਜ਼ੀ ਕਰਕੇ ਉੱਥੋਂ ਵਾਪਸ ਮੁੜ ਜਾਂਦੇ ਨੇ। ਲੋਕਾਂ ਦੇ ਮੁੱਦਿਆਂ ਦੇ ਉੱਤੇ ਕੋਈ ਗੰਭੀਰ ਚਰਚਾ ਨਹੀਂ ਕਰਦੇ, ਜਿਹਦੇ ਨਾਲ ਕਿ ਨੁਕਸਾਨ ਸਾਡਾ ਹੀ ਹੁੰਦਾ। ਇਸ ਲਈ ਪਹਿਲਾਂ ਇਹਨਾਂ ਨੂੰ ਪੁੱਛਣਾ ਹੋਵੇਗਾ ਕਿ ਤੁਸੀਂ ਆਪਣੀਆਂ ਨੀਤੀਆਂ 'ਚ ਬਦਲਾਅ ਕਰੋਗੇ ਜਾਂ ਨਹੀਂ ਕਰੋਗੇ। ਆਹ ਨੀਤੀਆਂ ਨੇ, ਇੱਕ ਪਾਸੇ ਤੁਸੀਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਧੱਕੇ ਖਾਣ ਲਈ ਮਜਬੂਰ ਕਰ ਰਹੇ ਹੋ, 10-10 ਹਜ਼ਾਰ ਰੁਪਏ ਦੇ ਉੱਤੇ, ਉਹ ਵੀ ਠੇਕੇਦਾਰ ਅੱਧਾ ਉਹਨਾਂ ਦੇ ਵਿੱਚੋਂ ਖਾ ਜਾਂਦਾ ਹੈ, ਆਊਟਸੋਰਸ ਦੇ ਉੱਤੇ ਭਰਤੀ ਕਰਦੇ ਹੋ ਜਿਹੜੇ ਮਾੜੀਆਂ ਮੋਟੀਆਂ ਹੈਗੀਆਂ। ਕੌਣ ਕਰੂਗਾ? ਜਿਹੜਾ ਲੀਡਰ ਪੰਜਾਬ ਦੀ ਗੱਲ ਕਰੇ, ਪੰਜਾਬ ਦੇ ਲੋਕਾਂ ਦੀ ਗੱਲ ਕਰੇ ਤੇ ਠੋਸ ਡਾਕੂਮੈਂਟ ਦੇ ਨਾਲ ਗੱਲ ਕਰੇ, ਪਲਾਨ ਦੇ ਨਾਲ ਗੱਲ ਕਰੇ ਵੀ ਕਿਵੇਂ ਹੋਊਗਾ, ਕਿਵੇਂ ਕਰਾਂਗੇ, ਉਹਨੂੰ ਵੋਟ ਪਾਉਣ ਦਾ ਅਧਿਕਾਰ ਉਹਨੂੰ ਸਾਨੂੰ ਦੇਣਾ ਚਾਹੀਦਾ। ਜਿਹੜਾ ਲੀਡਰ ਸਿਰਫ ਫੋਕੀ ਬਿਆਨਬਾਜ਼ੀ ਕਰਦੇ ਨੇ, ਹਵਾ ਦੇ ਵਿੱਚ ਗੱਲਾਂ ਕਰਦੇ ਨੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਉਹਨਾਂ ਨੂੰ ਸਾਨੂੰ ਪਾਸੇ ਧੱਕਣਾ ਪਊਗਾ ਤੇ ਸਾਨੂੰ ਨਵਾਂ ਪੰਜਾਬ ਬਣਾਉਣ ਦੇ ਲਈ ਇੱਕ ਬੁੱਧੀਜੀਵੀਆਂ ਨੂੰ ਅੱਗੇ ਲਿਆਉਣਾ ਪਊਗਾ, ਜਿਹੜੇ ਗੱਲ ਕਰਨ ਤੇ ਤਰਕ ਦੇ ਨਾਲ ਗੱਲ ਕਰਨ। ਤੇ ਅਸੀਂ ਅਗਲੇ ਹਫਤੇ ਸਾਡੀ ਫਿਰ ਕੋਸ਼ਿਸ਼ ਹੋਊਗੀ ਲੋਕਾਂ ਦੇ ਮੁੱਦੇ ਚੁੱਕਦੇ ਰਹੀਏ, ਲੋਕਾਂ ਦੀ ਆਵਾਜ਼, ਅਸੀਂ ਤੁਹਾਡੀ ਆਵਾਜ਼ ਬਣਦੇ ਰਹੀਏ। ਸਾਡੀ ਦਿਲ ਦੇ ਵਿੱਚੋਂ ਇਹ ਖੁਆਇਸ਼ ਹੈ, ਡਾਕਟਰ ਸਾਹਿਬ ਵਰਗੇ ਲੋਕਾਂ ਦੇ ਨਾਲ ਤੁਹਾਡੇ ਨਾਲ ਰੂਬਰੂ ਕਰਾਉਂਦੇ ਰਹੀਏ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਕੈਮਰਾਮੈਨ ਦੀਪਕ ਜੀ ਹੋਰਾਂ ਦੇ ਨਾਲ, ਕੈਮਰਾਮੈਨ ਪਾਂਡੇ ਜੀ ਦੇ ਨਾਲ, ਨਿਰਮਲ ਸਿੰਘ ਮਾਨਸ਼ਈਆ ਦੀ ਬਿਊਰੋ ਰਿਪੋਰਟ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ।